डंडौत बंदन अनिक बार, सर्ब कला समरथ। डोलनते राखो प्रभु, नानक दे कर हाथ। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। जाहि कुल ते प्रगट होए, ताहि कुल को नाम। पुन द्वादश गोरिंड को, मेरी है प्रणाम। सतगुरु जी दे पावन ਅਤੇ पवित्र दरबार ਦੇ ਵਿੱਚ ਜਿੰਨੇ ਕੁ ਮਾਈ ਭਾਈ ਆਪਾਂ ਸਤ ਸੰਗਤ ਦੇ ਰੂਪ ਵਿੱਚ ਜੁੜ ਕੇ ਬੈਠੇ ਹਾਂ, ਆਪੋ ਆਪਣੀ ਮਨਚਿਤ ਬਿਰਤੀ ਨੂੰ ਇਕਾਗਰ ਕਰਨ ਵਾਸਤੇ, ਰਸਨਾ ਨੂੰ ਪਵਿੱਤਰ ਕਰਨ ਲਈ ਸਾਡੇ ਆਦਿ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਇੱਕ ਵਾਰ ਯਾਦ ਕਰੀਏ। ਸਭ ਇੱਕ ਵਾਰ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਜਿਸ ਸਤਿਗੁਰੂ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਸਾਰੇ ਸਰਵਣ ਕਰਨ ਵਾਸਤੇ ਇਕੱਤਰ ਹੋਏ ਹਾਂ, ਉਸ ਸਾਹਿਬੇ ਕਮਾਲ, ਤੇਗ ਦੇ ਧਨੀ, ਕਲਮ ਦੇ ਧਨੀ, ਕਲਗੀਆਂ ਵਾਲੀ ਸਰਕਾਰ ਨੂੰ ਇੱਕ ਵਾਰ ਸਿਜਦਾ ਕਰੀਏ। ਸਭ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਚੀਨੀ ਵਾਲੇ ਪ੍ਰੀਤਮ ਨੂੰ ਇੱਕ ਵਾਰ ਸਿਜਦਾ ਕਰੋ। ਸਭ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਮੌਕੇ ਦੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਇੱਕ ਵਾਰ ਵੰਦਨਾ ਕਰੀਏ। ਗੁਰੂ ਜੀ ਗੁਰਬਾਣੀ ਵਿੱਚ ਲਿਖਦੇ ਨੇ, ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋਂ ਧਨ ਕਹਿਆ, ਤਿਨ ਜਮ ਨੇੜ ਨਾ ਆਇਆ। ਜਮ ਉਹਨਾਂ ਗੁਰਸਿੱਖਾਂ ਤੋਂ ਦੂਰ ਭੱਜ ਜਾਂਦਾ ਹੈ, ਜਿਹੜੇ ਗੁਰਸਿੱਖ ਆਪਣੇ ਸਤਿਗੁਰੂ ਦੇ ਚਰਨਾਂ ਦਾ ਆਸਰਾ ਲੈਂਦੇ ਨੇ, ਆਪਣੇ ਸਤਿਗੁਰੂ ਨੂੰ ਧੰਨ ਆਖਦੇ ਨੇ, ਆਪਣੇ ਸਤਿਗੁਰੂ ਦੀ ਸਿਫਤ ਸਲਾਹ ਕਰਦੇ ਨੇ। ਇਸ ਕਰਕੇ ਜਮਾਂ ਦੀ ਮਾਰ ਤੋਂ ਬਚਣ ਦਾ ਇਹ ਬੜਾ ਸੌਖਾ ਤਰੀਕਾ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਅੰਦਰ ਦੱਸਿਆ ਕਿ ਆਪਣੇ ਗੁਰੂ ਨੂੰ ਧੰਨ ਆਖੋ ਅਤੇ ਜਮਾਂ ਦੀ ਮਾਰ ਤੋਂ ਬਚੋ। ਇਸ ਕਰਕੇ ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਭ ਇੱਕ ਵਾਰ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਪਿਛਲੀ ਕਥਾ ਦੇ ਵਿੱਚ ਇਤਿਹਾਸ ਇੱਥੋਂ ਕੋ ਤੱਕ ਅਪੜ ਚੁੱਕਿਆ ਸੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਚਿੱਠੀ ਪਟਨੇ ਦੇ ਵਿੱਚ ਪਹੁੰਚਦੀ ਏ, ਕਿਉਂਕਿ ਇੱਧਰ ਸੰਗਤਾਂ ਬਾਲਕ ਗੋਬਿੰਦ ਰਾਏ ਦਾ ਦਰਸ਼ਨ ਕਰਨਾ ਚਾਹੁੰਦੀਆਂ ਨੇ। ਚਿੱਠੀ ਮਿਲਦਿਆਂ ਸਾਰ ਹੀ ਬੇਬੇ ਨਾਨਕੀ ਜੀ, ਮਾਤਾ ਗੁਜਰੀ ਜੀ, ਨਿਕਟਵਰਤੀ ਮਸੰਦ, ਸਾਰਾ ਸਾਜੋ ਸਮਾਨ ਗੱਡਿਆਂ ਦੇ ਉੱਤੇ ਧਰ ਕੇ ਅਤੇ ਬਾਲਕ ਗੋਬਿੰਦ ਰਾਏ ਪੰਜਾਬ ਵੱਲ ਨੂੰ ਚਾਲੇ ਪਾਉਂਦੇ ਨੇ। ਪਟਨੇ ਸ਼ਹਿਰ ਦੀ ਸੰਗਤ ਵਿਰਲਾਪ ਕਰਦੀ ਹੈ। ਬਾਲਕ ਗੋਬਿੰਦ ਰਾਏ, ਬੇਬੇ ਨਾਨਕੀ ਜੀ, ਮਾਤਾ ਗੁਜਰੀ ਜੀ ਪੜਾਅ ਕਰਦੇ ਕਰਦੇ ਦਾਨਾਪੁਰ ਆਉਂਦੇ ਨੇ।
ਮਿਰਜ਼ਾਪੁਰ ਆ ਕੇ ਠਹਿਰਦੇ ਨੇ, ਬਨਾਰਸ ਰੁਕਦੇ ਨੇ। ਇਸ ਤਰ੍ਹਾਂ ਪੈਂਡਾ ਤੈਅ ਕਰਦਿਆਂ ਕਰਦਿਆਂ ਹੌਲੀ ਹੌਲੀ ਪੰਜਾਬ ਵੱਲ ਵੱਧ ਰਹੇ ਨੇ। ਜਦੋਂ ਸੱਚੇ ਪਾਤਸ਼ਾਹ ਬਾਲਕ ਗੋਬਿੰਦ ਰਾਏ ਪੀਲੀਭੀਤ ਪਹੁੰਚਦੇ ਨੇ, ਇੱਥੇ ਇੱਕ ਰਾਜਾ ਸੀ, ਰਾਜਾ ਸ਼ੇਰ ਬਹਾਦਰ। ਇਹਦੇ ਦਾਦੇ ਨੂੰ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਵਾਇਆ ਸੀ। ਇਸ ਨੂੰ ਪਤਾ ਲੱਗਾ ਕਿ ਅੱਜ ਉਹਨਾਂ ਦਾ ਪੋਤਰਾ ਮੇਰੇ ਸ਼ਹਿਰ ਦੇ ਵਿੱਚ ਆਇਆ ਹੋਇਆ। ਇਹ ਬਾਲਕ ਗੋਬਿੰਦ ਰਾਏ ਦਾ ਦਰਸ਼ਨ ਕਰਨ ਵਾਸਤੇ ਆਇਆ ਤੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪਣੀ ਬਖਸ਼ਿਸ਼, ਆਪਣਾ ਮਿਹਰ ਭਰਿਆ ਹੱਥ ਸਦਾ ਹੀ ਮੇਰੇ ਉੱਤੇ ਧਰੀ ਰੱਖਣਾ। ਇਸ ਤਰ੍ਹਾਂ ਪੜਾਅ ਦਰ ਪੜਾਅ ਬੇਬੇ ਨਾਨਕੀ ਜੀ, ਮਾਤਾ ਗੁਜਰੀ ਜੀ, ਬਾਲਕ ਗੋਬਿੰਦ ਰਾਏ ਪੰਜਾਬ ਵੱਲ ਵੱਧ ਰਹੇ ਨੇ। ਇੱਧਰ ਪੰਜਾਬ ਦਾ ਮਾਹੌਲ ਜਿਹੜਾ ਉਹ ਸੁਖਾਵਾਂ ਨਹੀਂ। ਬਾਦਸ਼ਾਹ ਔਰੰਗਜ਼ੇਬ ਜਿਹੜਾ ਹਿੰਦੂਆਂ ਦੇ ਉੱਤੇ ਜ਼ੁਲਮ ਕਰ ਰਿਹਾ, ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਦੇ ਵਿੱਚ ਲਿਆਉਣ ਵਾਸਤੇ, ਇਸ ਮੁਹਿੰਮ ਨੂੰ ਸਰ ਕਰਨ ਵਾਸਤੇ ਬਾਦਸ਼ਾਹ ਔਰੰਗਜ਼ੇਬ ਨੇ ਇਫਤਿਖਾਰ ਖਾਂ ਨੂੰ ਸ਼ੇਰੇ ਅਫਗਾਨ ਬਣਾ ਕੇ ਤੇ ਕਸ਼ਮੀਰ ਵੱਲ ਭੇਜਿਆ। ਕਸ਼ਮੀਰ ਦੇ ਪੰਡਤਾਂ ਨੂੰ ਮੁਸਲਮਾਨ ਬਣਨ ਵਾਸਤੇ ਆਖਿਆ ਗਿਆ। ਇਹਨਾਂ ਕਸ਼ਮੀਰੀ ਪੰਡਤਾਂ ਨੇ 8 ਦਿਨਾਂ ਦੀ ਮੋਹਲਤ ਮੰਗੀ, ਆਪਣੇ ਇਸ਼ਟ ਨੂੰ ਧਿਆਇਆ, ਆਪਣੇ ਰੱਬ ਨੂੰ ਯਾਦ ਕੀਤਾ। ਆਕਾਸ਼ਬਾਣੀ ਹੋਈ ਕਿ ਜੇ ਤੁਸੀਂ ਬਚਣਾ ਚਾਹੁੰਦੇ ਹੋ, ਆਪਣੇ ਧਰਮ ਦੀ ਰੱਖਿਆ ਚਾਹੁੰਦੇ ਹੋ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਗੱਦੀ ਦੇ ਮਾਲਕ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਰਨ ਲਵੋ। ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਇਹ ਪੰਡਤਾਂ ਦਾ ਜਥਾ ਜਿਹੜਾ ਅਨੰਦਪੁਰ ਸਾਹਿਬ ਪਹੁੰਚਦਾ। ਇਹਨਾਂ ਨੇ ਜਾ ਕੇ ਫਰਿਆਦ ਕੀਤੀ, ਸੱਚੇ ਪਾਤਸ਼ਾਹ ਸਾਡੇ ਧਰਮ ਨੂੰ ਖਤਰਾ। ਬਾਦਸ਼ਾਹ ਔਰੰਗਜ਼ੇਬ ਜਬਰਨ ਸਾਨੂੰ ਇਸਲਾਮ ਕਬੂਲ ਕਰਾਉਣਾ ਚਾਹੁੰਦਾ। ਅਸੀਂ 8 ਦਿਨ ਆਪਣੇ ਪਰਮੇਸ਼ਰ ਨੂੰ ਧਿਆਇਆ, ਆਪਣੇ ਇਸ਼ਟ ਨੂੰ ਯਾਦ ਕੀਤਾ। ਸਾਨੂੰ ਭਵਿੱਖਬਾਣੀ ਹੋਈ ਹੈ, ਸਾਨੂੰ ਆਕਾਸ਼ਬਾਣੀ, ਸਾਨੂੰ ਇਲਹਾਮ ਹੋਇਆ ਕਿ ਤੁਸੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਰਨ ਲਵੋ। ਇਸ ਕਰਕੇ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਹਨਾਂ ਕਸ਼ਮੀਰੀ ਪੰਡਤਾਂ ਨੂੰ ਇਹਨਾਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ, ਇਹਨਾਂ ਦੇ ਜਨੇਊ ਦੀ ਰੱਖਿਆ ਕਰਨ ਵਾਸਤੇ, ਇਹਨਾਂ ਦੀ ਬੋਧੀ ਦੀ ਰੱਖਿਆ ਕਰਨ ਵਾਸਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਜਾਓ, ਜਾ ਕੇ ਬਾਦਸ਼ਾਹ ਔਰੰਗੇ ਨੂੰ ਸਾਡਾ ਇਹ ਸੁਨੇਹਾ ਦੇ ਦਿਓ ਕਿ ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸਲਾਮ ਕਬੂਲ ਕਰ ਲੈਂਦੇ ਨੇ ਤੇ ਉਹਨਾਂ ਦੇ ਪਿੱਛੇ ਅਸੀਂ ਸਾਰੇ ਹਿੰਦੂ ਜਿਹੜੇ ਆ, ਅਸੀਂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਇਹ ਸੁਨੇਹਾ ਜਿਹੜਾ ਸੀ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾ ਕੇ ਦਿੱਤਾ। ਬਾਦਸ਼ਾਹ ਔਰੰਗਜ਼ੇਬ ਬੜਾ ਖੁਸ਼ ਹੋਇਆ ਕਿ ਇੱਕੋ ਹੀ ਬੰਦੇ ਨੂੰ ਮੁਸਲਮਾਨ ਬਣਾ ਲੈਣ ਦੇ ਨਾਲ ਭਾਰਤ ਵਰਸ਼ ਦੇ ਸਾਰੇ ਹਿੰਦੂਆਂ ਨੇ ਆਪਣੇ ਆਪ ਮੁਸਲਮਾਨ ਬਣ ਜਾਣਾ, ਕਿਸੇ ਦੇ ਉੱਤੇ ਕੋਈ ਜ਼ੁਲਮ ਨਹੀਂ ਕਰਨਾ ਪੈਣਾ। ਸਾਰੇ ਦਰਬਾਰੀ ਬੜੇ ਖੁਸ਼ ਹੋਏ। ਬਾਦਸ਼ਾਹ ਔਰੰਗਜ਼ੇਬ ਨੇ ਕੀ ਕੀਤਾ, ਆਪਣੇ 2 ਏਲਚੀ, ਆਪਣੇ 2 ਮੈਸੇਂਜਰ ਜਿਹੜੇ ਸਨ, ਆਪਣੇ 2 ਅਹਿਦੀਏ ਅਨੰਦਪੁਰ ਸਾਹਿਬ ਭੇਜੇ ਕਿ ਜਾਓ ਸਤਿਗੁਰਾਂ ਨੂੰ ਲੈ ਕੇ ਆਓ। ਇਹ ਏਲਚੀ ਜਦੋਂ ਅਨੰਦਪੁਰ ਸਾਹਿਬ ਪਹੁੰਚਦੇ ਨੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਹਨਾਂ ਏਲਚੀਆਂ ਨੂੰ ਆਖਿਆ ਕਿ ਅਸੀਂ ਆਪ ਚੱਲ ਕੇ ਦਿੱਲੀ ਜਾਵਾਂਗੇ। ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਮਕਤੂਲ ਆਪ ਚੱਲ ਕੇ ਕਾਤਲ ਦੇ ਕੋਲ ਗਿਆ। ਮੈਂ ਅਰਜ਼ ਕਰਾਂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਕੂਚ ਕਰਦੇ ਨੇ। ਉਸ ਵੇਲੇ ਰਾਮ ਰਾਏ ਤੇ ਧੀਰਮਲ ਜਿਹੜਾ ਸੀ ਇਹ ਬੜੇ ਖੁਸ਼ ਹੋਏ। ਇਹਨਾਂ ਨੇ ਸੋਚਿਆ ਕਿ ਬਾਦਸ਼ਾਹ ਔਰੰਗਜ਼ੇਬ ਨੇ ਇਹਨਾਂ ਦੇ ਕੋਲੋਂ ਕਰਾਮਾਤ ਮੰਗਣੀ ਹੈ।
करामात इन्हां ने देनी नहीं ते ये हुण शहीदी देणगे ते गुरगद्दी दे आपां दो ही वारस हां। हुण गुरगद्दी सानू मिलेगी, साडे दोवां विचों किसे एक नूं मिल जावेगी। ये बड़े खुश होए। गुरु तेग बहादुर सच्चे पातशाह, मैं बहुता विस्तार दे विच नहीं जाना, दिल्ली जाके बादशाह औरंगजेब दे दरबार दे विच पहुंचदे ने। बादशाह औरंगजेब ने सतगुरां दे अगे 3 शर्तां रखियां, कलमा, कज़ा ते करामात। जां ते कलमा पढ़ लो, दीन कबूल कर लो, जां कोई करामात विखाओ, जां मौत नूं गल दे नाल लाओ। ये 3 रस्ते ने तुहाडे कोल। गुरु तेग बहादुर सच्चे पातशाह बचन कीता कि मैनू अपना धर्म प्यारा है, मैं कलमा नहीं पढ़ना। जे उस परमेश्वर ने मैनू मुसलमान बनाउणा ही हुंदा ते क्यों ना मैनू पहलां ही किसी मुसलमान दे घर जन्म दे के भेजदा। इस करके मैं कलमा नहीं पढ़ना, मैं दीन नहीं कबूल करना, मैनू अपना धर्म प्यारा, मैं अपना धर्म नहीं छड्डना। करामात मैं विखाउणी नहीं, क्योंकि करामात जिहड़ी है ना, नाटक चेटक किए कुकाजा, प्रभ लोगन कह आवत लाजा। ये ते रिद सिद्ध अवरा साध, अवरे होए लोकां दे स्वाद ने। किसे नूं पुत्तर दे देना, किसे दा मरिया होया पुत्तर जिउंदा कर देना, रिद्धियां सिद्धियां करामातां विखाउणियां, ये अवरे होए लोकां दे स्वाद ने। करामात मैं देनी नहीं, मैं मौत नूं गल दे नाल लावांगा। उस वेले गुरु तेग बहादुर सच्चे पातशाह जी नूं एक पिंजरे दे विच कैद कर दिता जांदा है। उस पिंजरे दे विच, जिस पिंजरे दे विच नुकीले तीर लगे होए ने ते उन्हां तीरां नूं जहर दी पुठ लगी होई है। थोड़ा जिहा अगर सच्चे पातशाह अपने शरीर नूं हिलाउंदे सन ते वो तीर जिहड़े सन तड़फा दिंदे सन। ध्यान रखना, इतिहास दे विच 3 शख्स इस तरह दे आए ने जिन्हां नूं पिंजरे दे विच कैद किया गया। पहले ने गुरु तेग बहादुर सच्चे पातशाह, दूसरे सन बाबा बंदा बहादुर, तीसरे सन नामधारी शहीद धौंकल सिंह। हकूमत उन्हां बंदियां नूं पिंजरे दे विच कैद करदी सी जिन्हां बंदियां नूं बहुत ज़्यादा खतरनाक समझिया जांदा सी। इस पिंजरे दे विच बैठ के गुरु तेग बहादुर सच्चे पातशाह 9वें महल्ले दे सलोक उचारण कीते, जिहड़े आपां भोग वेले सलोक पढ़दे हां। गुण गोबिंद गायो नहीं जन्म अकारथ कीन। ये बाणी जिहड़ी सी, ये बाणी गुरु तेग बहादुर सच्चे पातशाह दिल्ली उचारी सी उस पिंजरे दे विच बैठ के। मैं अर्ज करां, सिखां ने संभाल के इस बाणी नूं आनंदपुर साहब पहुंचाउणा कीता। सतगुरां दे सामने सतगुरु सच्चे पातशाह दे प्यारे सिख भाई मती दास जी, उन्हां नूं आरे दे नाल चीर के शहीद कर दिता जांदा है। उन्हां तो बाद भाई सती दास, इस नूं रूह दे नाल लपेट के अग ला दिती जांदी है, इस तरह शहीदी हुंदी है। इन्हां तो बाद भाई दयाला जी, जिन्हां नूं उबड़दी देग दे विच बिठा के शहीद किया जांदा है। सतगुरां दे सामने इन्हां तिन्हां दी शहीदी होई। मैं अर्ज करां, इन्हां तिन्हां नूं शहीद इस करके किया गया सी कि किते इन्हां तिन्हां दी शहीदी वेख के सच्चे पातशाह डोल जाणगे। पर गुरु तेग बहादुर सच्चे पातशाह उस बिरती दे मालक सन। भै काहू को देत नह, नह भै मानत आन, कहो नानक सुन रे मना, ज्ञानी ताहि बखान। ज्ञानी दी डेफिनेशन गुरु तेग बहादुर सच्चे पातशाह दस रहे ने कि ज्ञानी कौन है। ज्ञानी ओ है भै काहू को देत नह, जिहड़ा किसे नूं भै नहीं देंदा, किसे नूं डराउंदा नहीं। नह भै मानत आन, ते जिहड़ा किसे कोलों डरदा नहीं, वो ज्ञानी है। गुरु तेग बहादुर सच्चे पातशाह अडोल अवस्था दे विच बैठे हुए ने। काजी अब्दुल वहाब बोहरा ने सतगुरां दे उत्ते फतवा ला दिता, चांदनी चौक दे विच सतगुरां नूं शहीद किया जाना है। मैं अर्ज करां, चांदनी चौक दे विच
ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਇੱਕ ਚੌਂਕੀ ਦੇ ਉੱਤੇ ਬੈਠ ਜਾਂਦੇ ਨੇ। ਕਾਜੀ ਆਉਂਦਾ। ਕਾਜੀ ਨੇ ਆ ਕੇ ਸਵਾਲ ਕੀਤਾ ਕਿ ਮੈਨੂੰ ਪਤਾ ਲੱਗ ਜਾਏ ਕਿ ਤੇਰਾ ਨਾਮ ਤੇਗ ਬਹਾਦਰ ਕਿਉਂ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਚਨ ਕੀਤਾ, ਕਾਜੀ ਮੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਮੇਰਾ ਨਾਮ ਤਿਆਗਮਲ ਤੋਂ ਬਦਲ ਕੇ ਤੇਗ ਬਹਾਦਰ ਇਸ ਕਰਕੇ ਰੱਖਿਆ ਸੀ ਕਿ ਮੈਂ ਤੇਗ ਦੇ ਨਾਲੋਂ ਵੀ ਜ਼ਿਆਦਾ ਤੇਜ਼ ਹਾਂ। ਬਚਪਨ ਦਾ ਨਾਮ ਤਿਆਗਮਲ ਸੀ। ਬੜੀ ਤਿਆਗ ਵਾਲੀ ਤੇ ਬੜੀ ਸਾਧੂ ਬਿਰਤੀ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ। ਇੱਕ ਦਿਨ ਬਚਪਨ ਦੇ ਵਿੱਚ ਬੇਬੇ ਨਾਨਕੀ ਜੀ ਨੇ ਬਹੁਤ ਸੁੰਦਰ ਪੋਸ਼ਾਕ ਇੱਕ ਬਾਬਾ ਤਿਆਗਮਲ ਜੀ ਨੂੰ ਪਹਿਰਾਈ। ਬਾਬਾ ਤਿਆਗਮਲ ਜੀ ਹਾਣੀਆਂ ਦੇ ਨਾਲ ਖੇਡਣ ਜਾਂਦੇ ਨੇ। ਠੰਡ ਦਾ ਟਾਈਮ ਹੈ, ਕੱਕਰ ਪੈਂਦਾ, ਬਾਹਰ ਇੱਕ ਬਾਲਕ ਠੰਡ ਦੇ ਨਾਲ ਠਿਠੁਰਦਾ ਪਿਆ। ਉਹਦੇ ਤਨ ਤੇ ਕੱਪੜੇ ਨਹੀਂ। ਆਪਣੀ ਨਵੀਂ ਪੋਸ਼ਾਕ ਉਸ ਨੂੰ ਪਹਿਰਾ ਕੇ ਬਾਬਾ ਤਿਆਗਮਲ ਜੀ ਆਪ ਨੰਗੇ ਪਿੰਡੇ ਘਰ ਆ ਜਾਂਦੇ ਨੇ। ਐਸਾ ਸਾਧੂ ਸੁਭਾਅ ਸੀ, ਐਸੀ ਤਿਆਗ ਵਾਲੀ ਬਿਰਤੀ ਸੀ। ਪਰ ਜਿਸ ਵੇਲੇ ਕਰਤਾਰਪੁਰ ਦੀ ਜੰਗ ਹੁੰਦੀ ਹੈ, ਕਰਤਾਰਪੁਰ ਦੀ ਜੰਗ ਦੇ ਵਿੱਚ ਬਾਬਾ ਤਿਆਗਮਲ ਜੀ ਨੇ ਤਲਵਾਰ ਦੇ ਐਸੇ ਜੌਹਰ ਵਿਖਾਏ। ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਖੁਸ਼ ਹੋ ਕੇ ਇਹਨਾਂ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਸੀ ਕਿ ਇਹ ਤੇਗ ਦੇ ਨਾਲੋਂ ਵੀ ਤੇਜ਼ ਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਾਜੀ ਨੂੰ ਬਚਨ ਕੀਤਾ, ਕਾਜੀ ਮੈਂ ਤੇਗ ਦੇ ਨਾਲੋਂ ਵੀ ਜ਼ਿਆਦਾ ਤੇਜ਼ ਹਾਂ। ਕਾਜੀ ਨੇ ਆਖਿਆ ਕਿ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਤੂੰ ਤੇਗ ਦੇ ਨਾਲੋਂ ਵੀ ਜ਼ਿਆਦਾ ਤੇਜ਼ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਤੂੰ ਆਪਣੀ ਤਲਵਾਰ ਦੇ ਉੱਤੇ ਧਾਗਾ ਲਵੇਟ ਲੈ। ਜਦੋਂ ਮੇਰੇ ਉੱਤੇ ਵਾਰ ਕਰੋਗੇ, ਜੇ ਤੇ ਧਾਗਾ ਕੱਟਿਆ ਗਿਆ ਫਿਰ ਤੇਰੀ ਤਲਵਾਰ ਤੇਜ਼ ਹੋਵੇਗੀ। ਜੇ ਧਾਗਾ ਨਾ ਕੱਟਿਆ ਗਿਆ, ਧਾਗਾ ਸਾਬਤ ਰਿਹਾ, ਫਿਰ ਮੈਂ ਤੇਜ਼ ਹੋਵਾਂਗਾ। ਸਮਾਣੇ ਦਾ ਜਲਾਦ ਸੀ ਜਲਾਲੂਦੀਨ, ਤਲਵਾਰ ਲੈ ਕੇ ਆਉਂਦਾ। ਤਲਵਾਰ ਦੇ ਉੱਤੇ ਧਾਗਾ ਲਵੇਟਿਆ ਗਿਆ। ਜਿਸ ਵੇਲੇ ਵਾਰ ਕੀਤਾ, ਜ਼ਾਹਰੀ ਕਰਾਮਾਤ ਇਹ ਵਰਤੀ। ਇਤਿਹਾਸਕਾਰ ਲਿਖਦੇ ਨੇ ਕਿ ਜਲਾਦ ਦਾ ਵਾਰ ਜਿਹੜਾ ਸੀ ਉਹ ਖਾਲੀ ਚਲਾ ਗਿਆ। ਵਾਰ ਖਾਲੀ ਚਲਾ ਗਿਆ, ਪਰ ਕਰਾਮਾਤ ਇਹ ਵਰਤੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸੀਸ ਜਿਹੜਾ ਸੀ ਉਹ ਧੜ ਤੋਂ ਅਲੱਗ ਹੋ ਗਿਆ। ਸ਼ਹੀਦੀ ਹੋਈ, ਹਨੇਰੀ ਚੱਲਦੀ ਏ, ਗੁਬਾਰ ਉੱਠਦਾ। ਭਾਈ ਜੈਤਾ ਇਸ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸੀਸ ਸੰਭਾਲਣਾ ਕੀਤਾ। ਲਬਾਣਾ ਸਿੱਖ ਸੀ ਭਾਈ ਲੱਖੀ ਸ਼ਾਹ ਵਣਜਾਰਾ, ਇਸ ਨੇ ਆਪਣੇ ਰੂਮ ਵਾਲੇ ਗੱਡਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੀਰ ਨੂੰ ਸੰਭਾਲਿਆ ਤੇ ਆਪਣੇ ਭਰੇ ਭੁਕੰਨੇ ਘਰ ਨੂੰ ਅੱਗ ਲਾ ਕੇ ਭਾਈ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ। ਮੈਂ ਅਰਜ਼ ਕਰਾਂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਅਵਤਾਰ, ਉਹ ਗੁਰੂ, ਉਹ ਰਹਿਬਰ ਹੋਏ ਨੇ ਜਿਨ੍ਹਾਂ ਦਾ ਸੰਸਕਾਰ ਜਿਹੜਾ ਦੋ ਥਾਵਾਂ ਤੇ ਹੋਇਆ ਤੇ ਦੋਨਾਂ ਥਾਵਾਂ ਦੀ ਦੂਰੀ ਜਿਹੜੀ ਏ ਉਹ ਸੈਂਕੜੇ ਮੀਲਾਂ ਦੀ ਏ। ਭਾਈ ਜੈਤਾ ਕਈਆਂ ਦਿਨਾਂ ਤੋਂ ਬਾਅਦ ਜੰਗਲਾਂ ਦੇ ਵਿੱਚ ਲੁਕਦਾ ਹੋਇਆ, ਥਾਂ ਥਾਂ ਤੇ ਸਿਪਾਹੀਆਂ ਦੇ ਪਹਿਰੇ ਲੱਗੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੀਸ ਇੱਕ ਚਾਦਰ ਦੇ ਵਿੱਚ ਲਵੇਟਿਆ ਹੋਇਆ ਹੈ। ਜੰਗਲਾਂ ਦੇ ਵਿੱਚ ਲੁਕਦਾ ਹੋਇਆ ਕਈਆਂ ਦਿਨਾਂ ਤੋਂ ਬਾਅਦ ਇਹ ਅਨੰਦਪੁਰ ਸਾਹਿਬ ਪਹੁੰਚਦਾ ਹੈ। ਮੈਂ ਅਰਜ਼ ਕਰਾਂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਦਸਮ ਦਰਬਾਰ ਦੇ ਵਿੱਚ ਲਿਖਣਾ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ, ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮਹਿ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਸਤਿਗੁਰੂ ਸੱਚੇ ਪਾਤਸ਼ਾਹ ਆਪਣਾ ਸੀਸ ਦੇ ਦਿੱਤਾ ਪਰ ਆਪਣਾ ਧਰਮ ਨਹੀਂ ਛੱਡਿਆ। ਪਾਤਸ਼ਾਹ ਕਹਿੰਦੇ ਨੇ, ਠੀਕਰ ਫੋਰ ਦਿਲੀਸ ਸਿਰ, ਪ੍ਰਭਪੁਰ ਕੀਆ ਪਿਆਨ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣਾ ਸਰੀਰ ਰੂਪੀ ਠੀਕਰਾ ਜਿਹੜਾ ਸੀ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਤੇ ਫੋੜ ਕੇ ਉਹਨੂੰ ਪਾਪੀ ਤੇ ਦੋਸ਼ੀ ਬਣਾ ਦਿੱਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖਦੇ ਨੇ, ਪਾਤਸ਼ਾਹ ਕਹਿੰਦੇ ਨੇ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ।
गुरु तेग बहादुर सच्चे पातशाह वर्गी क्रिया संसार ते आके किसी ने भी नहीं की। मैं अर्ज करा इस वेले जदों सतगुरु सच्चे पातशाह का सीस जिहड़ा आनंदपुर साहब आउंदा है ते उस वेले माता गुजरी जी, बेबे नानकी जी ते बालक गोबिंद राय आनंदपुर साहब दे विच आ चुके सन। सतगुरां दी उम्र इस वेले कोई 9 कुछ साल की दसी जाती है, 9 साढ़े 9 साल, 9 साढ़े 9 साल की आरज है गोबिंद राय दी ते अज पिता का सीस सामने आ गया है। किस तरह के हालात होणगे आपां सोच के वेखीए। सतसंगी जनों, बड़ी वैरागमई हालत दे विच गुरु तेग बहादुर सच्चे पातशाह जी दे सीस दा संस्कार किया जाता है ते जिस थां ते संस्कार हुंदा है उस थां ते एक देहुरा, एक मंदिर उसारिया जाता है। इस मंदिर का नाम सच्चे पातशाह रखिया दमदमा। हुण गुरु तेग बहादुर सच्चे पातशाह जी का भोग पाउणा सी। गोबिंद राय गुरु गोबिंद सिंह सच्चे पातशाह भोग पाउण वास्ते बीड़ चाहिदी सी। गुरु ग्रंथ साहब की बीड़ जिहड़ी सी ये धीरमल दे कोल सी। सच्चे पातशाह एक सिख नूं धीरमल दे कोल भेजिया कि जाओ जाके उहदे कोलों बीड़ लैके आओ। जदों ये सिख बीड़ लैण वास्ते जांदा है ते धीरमल ने आखिया कि जे वो गुरु बन के बह ही गया है ते अपने आप क्यों नहीं बाणी रच लैंदा। सिख जिहड़ा सी वो वापस आ गया। सिख ने आके बेनती की, सच्चे पातशाह धीरमल ने तो बीड़ देण तो इनकार कर दिता है। उस वेले गुरु गोबिंद सिंह सच्चे पातशाह गुजरात दे जिला मांगट पिंड फलियां तो भाई बन्नों वाली बीड़ मंगवाउंदे ने। ध्यान रखिया जे इस बीड़ दे विच 5 गुरु साहिबानां दी बाणी सी। गुरु नानक देव सच्चे पातशाह तो लैके ते गुरु अर्जन देव सच्चे पातशाह तक। गुरु गोबिंद सिंह सच्चे पातशाह बालक गोबिंद राय इस बीड़ का एक होर उतारा करवाउंदे ने ते उस उतारे दे विच गुरु तेग बहादुर सच्चे पातशाह की सारी बाणी रागां अनुसार सलोक महला 9वां, मुंदावणी महला 5वां ते रागमाला का संकलन करके सच्चे पातशाह एक नवी बीड़ तैयार करते हैं ते इस बीड़ का नाम रखिया दमदमी बीड़। दमदमी बीड़ इस बीड़ का नाम इस करके रखिया गया सी क्योंकि ये उस दमदमे वाले मंदिर दे विच बैठ के इहदा उतारा किया गया सी। मैं अर्ज करा जिस वेले गुरु तेग बहादुर सच्चे पातशाह जी का भोग पैंदा है एक विसाख वाले दिन, इहदे तो पहला माता गुजरी जी ने, बेबे नानकी जी ने देश देशांतरां दे विच संगतां नूं चिट्ठियां भेजियां होईयां सन कि गोबिंद राय की दस्तारबंदी होनी है। देश देशांतरां तो संगतां जिहड़ियां सन अज आनंदपुर साहब एक बहुत वड्डा इकट्ठ सी। एक विसाख वाले दिन गुरु तेग बहादुर सच्चे पातशाह जी का भोग पैंदा है। मैं अर्ज करा गुरु गोबिंद सिंह सच्चे पातशाह जी की दस्तारबंदी हुंदी है। 2 विसाख वाले दिन दीवान दे विच गुरु गोबिंद सिंह सच्चे पातशाह सारी संगत नूं संबोधन हुंदे ने। गुरु गोबिंद सिंह सच्चे पातशाह बालक गोबिंद राय 10 कुछ साल, 9.5 साल, 10 साल की उम्र है सतगुरां दी। गुरु गोबिंद सिंह सच्चे पातशाह उस वेले संगत नूं संबोधन हो के ये बचन कीते, संगत जी ये हुण घरां दे विच बैठण दा समा नहीं। मैं भारत वर्ष दे उत्ते जिहड़ा भारत वर्ष दे गल दे विच गुलामी दा तौक पिया होया है। ये जिहड़ी गुलामी है ना, खुदाया कैद ना करना, गुलामी व गरीबी का नुस्खा काम नहीं आता, फिर अकल की तबीबी का मुंह फेर लेते हैं रिश्तेदार व बालम, जब बंदे पे वक्त आता है बदनसीबी का। लख लानत गुलामां दी जिंदगी नूं ते कोई ना किसे दा गुलाम होवे, लखां दी होए भावें आबरू, टके टके दे विच नीलाम होवे। हर कोई आण गुलामां नूं घूरदा ए, जिदा मां ते प्यो गुलाम होवे, लजावे जिदी मां नूं ना मसान कोई, वो भी आखदा मैनू सलाम होवे। मैं ये गुलामी दा तौक जिहड़ा ये हिंदुस्तान दे गलों
ਭਾਰਤ ਵਰਸ਼ ਦੇ ਗਲੋਂ ਮੈਂ ਲਾ ਦੇਣਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਵੇਲੇ ਸੰਗਤ ਨੂੰ ਸੰਬੋਧਨ ਹੋ ਕੇ ਆਖਿਆ, ਸੰਗਤ ਜੀ ਹੁਣ ਮਰਨ ਦਾ ਡਰ ਆਪਣੇ ਅੰਦਰੋਂ ਕੱਢ ਕੇ ਧਰਮ ਉਤੋਂ ਆਪਣੀ ਜਾਨ ਨਿਸ਼ਾਵਰ ਕਰਨ ਵਾਸਤੇ ਤਿਆਰ ਹੋ ਜਾਓ, ਮਰਨ ਮਾਰਨ ਵਾਸਤੇ ਤਿਆਰ ਹੋ ਜਾਓ। ਆਪਣੇ ਸਰੀਰ ਦੇ ਉੱਤੇ ਸ਼ਸਤਰ ਧਾਰਨ ਕਰੋ। ਅਗਲੀ ਵਾਰ ਜਦੋਂ ਤੁਸੀਂ ਆਨੰਦਪੁਰ ਸਾਹਿਬ ਆਉਣਾ ਹੈ ਤੇ ਤੁਹਾਡੇ ਸਰੀਰ ਦੇ ਉੱਤੇ ਸ਼ਸਤਰ ਸੱਜੇ ਹੋਣ। ਇਸ ਤਰ੍ਹਾਂ ਦਾ ਵੀਰ ਰਸ ਦੇ ਨਾਲ ਭਰਿਆ ਹੋਇਆ ਭਾਸ਼ਣ, ਜੋਸ਼ ਦੇ ਨਾਲ ਭਰੀ ਹੋਈ ਸਪੀਚ ਸੁਣ ਕੇ ਸੰਗਤ ਦੇ ਵਿੱਚ ਜੋਸ਼ ਆ ਗਿਆ, ਸੰਗਤ ਦੇ ਵਿੱਚ ਵੀਰ ਰਸ ਆ ਗਿਆ। ਮੈਂ ਅਰਜ਼ ਕਰਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੁਣ ਆਨੰਦਪੁਰ ਸਾਹਿਬ ਦੇ ਵਿੱਚ ਆਪਣੇ ਕਾਰ ਵਿਹਾਰ ਕਰਨੇ ਸ਼ੁਰੂ ਕੀਤੇ। ਮੈਂ ਅਰਜ਼ ਕਰਾਂ ਇੱਕ ਦਿਨ ਕੀ ਹੋਇਆ, ਦਰਬਾਰ ਸਜਿਆ ਹੋਇਆ, ਦੁਲੱਚਾ ਮਸੰਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਸਿੱਖਾਂ ਦਾ ਦਸਵੰਧ ਲੈ ਕੇ ਆਉਂਦਾ, ਕਾਰ ਭੇਟਾ ਲੈ ਕੇ ਆਉਂਦਾ। ਕਾਰ ਭੇਟਾ ਲਿਆ ਕੇ, ਦਸਵੰਧ ਲਿਆ ਕੇ ਭਰੇ ਦਰਬਾਰ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖ ਦਿੱਤੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਲਕ ਗੋਬਿੰਦ ਰਾਏ ਦੁਲੱਚੇ ਮਸੰਦ ਨੂੰ ਬਚਨ ਕੀਤਾ, ਦੁਲੱਚਿਆ ਵੇਖ ਲੈ ਚੰਗੀ ਤਰ੍ਹਾਂ, ਕਿਤੇ ਕਿਸੇ ਸਿੱਖ ਦੀ ਅਮਾਨਤ ਰਹਿ ਤੇ ਨਹੀਂ ਗਈ, ਕਿਤੇ ਕੋਈ ਤੂੰ ਕਾਰ ਭੇਟਾ ਕਿਸੇ ਸਿੱਖ ਦਾ ਦਸਵੰਧ ਭੁੱਲ ਤੇ ਨਹੀਂ ਗਿਆ। ਦੁਲੱਚਾ ਮਸੰਦ ਆਖਣ ਲੱਗਾ, ਸੱਚੇ ਪਾਤਸ਼ਾਹ ਕਿਸੇ ਦਾ ਦਸਵੰਧ, ਕਿਸੇ ਦੀ ਕਾਰ ਭੇਟਾ ਮੈਂ ਨਹੀਂ ਭੁੱਲਿਆ, ਸਾਰਾ ਦਸਵੰਧ ਲਿਆ ਕੇ ਤੁਹਾਡੇ ਚਰਨਾਂ ਦੇ ਵਿੱਚ ਮੱਥਾ ਟੇਕਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੁਆਰਾ ਫਿਰ ਬਚਨ ਕੀਤਾ, ਦੁਲੱਚਿਆ ਚੰਗੀ ਤਰ੍ਹਾਂ ਵੇਖ ਲੈ, ਸ਼ਾਇਦ ਕਿਸੇ ਸਿੱਖ ਦਾ ਦਸਵੰਧ ਰਹਿ ਗਿਆ ਹੋਵੇ, ਕਿਸੇ ਦਾ ਦਸਵੰਧ ਤੂੰ ਭੁੱਲ ਗਿਆ ਹੋਵੇਂ, ਕਿਸੇ ਹੋਰ ਦੂਸਰੀ ਥਾਂ ਦੇ ਉੱਤੇ ਰੱਖ ਦਿੱਤਾ ਹੋਵੇ। ਇਹ ਗੱਲ ਸੁਣ ਕੇ ਦੁਲੱਚਾ ਮਸੰਦ ਜਿਹੜਾ ਸੀ, ਸੱਤੀ ਕਪੜੀ ਇਸ ਨੂੰ ਅੱਗ ਲੱਗ ਗਈ। ਗੁੱਸੇ ਦੇ ਵਿੱਚ ਆ ਕੇ ਸਤਿਗੁਰੂ ਜੀ ਨੂੰ ਬਾਲਕ ਸਮਝ ਕੇ ਆਖਣ ਲੱਗਾ, ਨਿਆਣੇ ਤਾਂ ਨਿਆਣੇ ਹੀ ਹੁੰਦੇ ਨੇ ਨਾ, ਜੇ ਕੋਈ ਸਿਆਣਾ ਇਸ ਗੱਦੀ ਦੇ ਉੱਤੇ ਬੈਠਾ ਹੁੰਦਾ ਤੇ ਸਿਆਣੀਆਂ ਗੱਲਾਂ ਨਾ ਕਰਦਾ। ਇਹ ਬਚਨ ਸੁਣ ਕੇ ਜਾਨੀ ਜਾਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੱਸਦਿਆਂ ਹੋਇਆਂ ਦੁਲੱਚੇ ਮਸੰਦ ਦੀ ਪੱਗ ਜਿਹੜੀ ਸੀ ਉਹ ਲਾ ਦਿੱਤੀ। ਜਦੋਂ ਪੱਗ ਲਾ ਦਿੱਤੀ ਤੇ ਪੱਗ ਦੇ ਵਿੱਚ 2 ਸੋਨੇ ਦੇ ਕੜੇ ਜਿਹੜੇ ਸਨ ਇਹਨੇ ਲੁਕਾਏ ਹੋਏ ਸਨ। ਇਹ ਜ਼ਾਹਰੀ ਕਰਾਮਾਤ ਘਟ ਘਟ ਕੇ ਅੰਤਰ ਕੀ ਜਾਨਤ ਜਾਨਨ ਹਾਰ ਸਤਿਗੁਰੂ ਜੀ ਸਾਰਿਆਂ ਦੇ ਸਾਹਮਣੇ ਜਦੋਂ ਇਹਦਾ ਪਾਜ ਇਹਦਾ ਉਗੜ ਗਿਆ, ਦੁਲੱਚਾ ਮਸੰਦ ਜਿਹੜਾ ਸੀ ਢਹਿ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਪਿਆ। ਮਾਫੀਆਂ ਮੰਗਦਾ, ਸੱਚੇ ਪਾਤਸ਼ਾਹ ਮੈਂ ਤੁਹਾਨੂੰ ਬਾਲਕ ਜਾਣ ਕੇ ਇਹ ਵੱਡਾ ਅਪਰਾਧ ਕਰ ਬੈਠਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਵੇਲੇ ਭਰੇ ਦਰਬਾਰ ਦੇ ਵਿੱਚ ਸਾਰੇ ਦਰਬਾਰੀਆਂ ਨੂੰ ਸੰਬੋਧਨ ਹੋ ਕੇ ਆਖਿਆ, ਸੰਗਤ ਜੀ ਇਹ ਜਿਹੜਾ ਮਸੰਦੇ ਆ ਨਾ, ਇਹ ਮੁਲਤਾਨ ਦੇ ਵਿੱਚ ਸਾਡਾ ਇੱਕ ਸਿੱਖ ਰਹਿੰਦਾ ਭਾਈ ਰੂਪਾ। ਭਾਈ ਰੂਪੇ ਨੇ ਦਸਵੰਧ ਕੱਢ ਕੇ ਇੱਕ ਮੋਤੀਆਂ ਦੀ ਮਾਲਾ ਤੇ ਆ 2 ਸੋਨੇ ਦੇ ਕੜੇ ਜਿਹੜੇ ਸਨ ਗੁਰੂ ਘਰ ਵਾਸਤੇ ਭੇਜੇ ਸਨ, ਪਰ ਇਹਦਾ ਮਨ ਜਿਹੜਾ ਸੀ ਬੇਈਮਾਨ ਹੋ ਗਿਆ। ਇਹਨੇ ਕੀ ਕੀਤਾ, ਮੋਤੀਆਂ ਦੀ ਮਾਲਾ ਜਿਹੜੀ ਸੀ ਆਪਣੇ ਘਰ ਰੱਖ ਆਇਆ ਤੇ ਸਾਡੇ ਦਰਬਾਰ ਆਉਣ ਲੱਗਿਆਂ ਉਹ ਸੋਨੇ ਦੇ ਕੜੇ ਜਿਹੜੇ ਸਨ ਆਪਣੀ ਪੱਗ ਦੇ ਵਿੱਚ ਲੁਕੋ ਲਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਵੇਲੇ ਦਰਬਾਰੀਆਂ ਨੂੰ, ਮਸੰਦਾਂ ਨੂੰ, ਸਾਰੀ ਸੰਗਤ ਨੂੰ ਸੰਬੋਧਨ ਹੋ ਕੇ ਬਚਨ ਕੀਤਾ ਕਿ ਜਿਹੜਾ ਕੋਈ ਗੁਰੂ ਘਰ ਦੀ ਚੀਜ਼ ਦੇ ਉੱਤੇ ਆਪਣਾ ਮਨ ਡੁਲਾਏਗਾ, ਬੇਈਮਾਨ ਹੋਏਗਾ, ਉਹ ਨਰਕਾਂ ਦਾ ਭਾਗੀ ਬਣੇਗਾ, ਦੋਹਾਂ ਜਹਾਨਾਂ ਦੇ ਵਿੱਚ ਉਹਦਾ ਮੂੰਹ ਕਾਲਾ ਹੋਵੇਗਾ। ਇਸ ਤਰ੍ਹਾਂ ਦੇ ਕੌਤਕ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਵਿੱਚ ਕਰਦੇ ਨੇ। ਸਾਰੇ ਭੈ ਖਾਂਦੇ ਨੇ ਸਤਿਗੁਰਾਂ ਤੋਂ। ਸਤਿਗੁਰਾਂ ਦੀ ਅੰਤਰਯਾਮਤਾ ਵੇਖ ਕੇ ਕੋਈ ਵੀ ਜਿਹੜਾ ਪਾਪ ਕਰਨ ਦੀ ਸੋਚਦਾ ਵੀ ਨਹੀਂ, ਕੋਈ ਵੀ ਜਿਹੜਾ ਸਿੱਖ ਹੈ ਉਹ ਬੇਈਮਾਨੀ ਕਰਨ ਦੀ ਸੋਚਦਾ ਵੀ ਨਹੀਂ। ਮੈਂ ਅਰਜ਼ ਕਰਾਂ ਇੱਕ ਦਿਨ ਕੀ ਹੋਇਆ, ਇੱਕ ਕਲੰਦਰ ਜਿਹੜਾ ਰਿੱਛ ਲੈ ਕੇ ਆਉਂਦਾ ਹੈ, ਪ੍ਰਸੰਗ ਅੱਗੇ ਆਪ ਜੀ ਨੇ ਕਈ ਵਾਰ ਸੁਣਿਆ ਹੋਵੇਗਾ। ਕਲੰਦਰ ਜਿਹੜਾ ਰਿੱਛ ਲੈ ਕੇ ਆਉਂਦਾ, ਭਾਈ ਕੀਰਤੀਆ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਉੱਤੇ ਚੌਰ ਕਰ ਰਿਹਾ, ਚੌਰ ਬਰਦਾਰ ਸਿੱਖ ਹੈ ਭਾਈ ਕੀਰਤੀਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ। ਉਹ ਕਲੰਦਰ ਜਿਹੜਾ ਰਿੱਛ ਨੂੰ ਨਚਾਉਂਦਾ ਹੈ,
ਰਿਛ ਨੱਚਦਾ ਏ ਟੱਪਦਾ ਏ, ਭਾਈ ਕੀਰਤੀਆ ਬੜਾ ਖੁਸ਼ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਭਾਈ ਕੀਰਤੀਆ ਨੂੰ ਪੁੱਛਦੇ ਨੇ, ਭਾਈ ਕੀਰਤੀਆ ਤੈਨੂੰ ਪਤਾ ਹੈ ਰਿਛ ਕੌਣ ਹੈ? ਭਾਈ ਕੀਰਤੀਆ ਬੇਨਤੀ ਕਰਨ ਲੱਗਾ, ਸੱਚੇ ਪਾਤਸ਼ਾਹ ਗਰੀਬ ਨਵਾਜ ਮੈਨੂੰ ਨਹੀਂ ਪਤਾ, ਇਹ ਤੇ ਪਸ਼ੂ ਏ, ਪਤਾ ਨਹੀਂ ਕੌਣ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਭਾਈ ਕੀਰਤੀਆ ਇਹ ਤੇਰਾ ਬਾਪ ਹੈ ਸੋਭਾ ਰਾਮ, ਆਪਣਾ ਕਰਮ ਕਰਕੇ ਜਿਹੋ ਜਿਹਾ ਬੀਜ ਇਸਨੇ ਬੀਜਿਆ ਸੀ ਉਹੋ ਜਿਹਾ ਫਲ ਇਹਨੂੰ ਮਿਲਿਆ। ਇਹ ਬਚਨ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੀਤਾ ਤੇ ਭਾਈ ਕੀਰਤੀਆ ਜਿਹੜਾ ਸੀ ਗੁੱਸੇ ਦੇ ਵਿੱਚ ਆ ਗਿਆ। ਗੁੱਸੇ ਦੇ ਵਿੱਚ ਆ ਕੇ ਜਿਹੜੀ ਚੌਰ ਸੀ ਵਗਾ ਕੇ ਪਰਾਂ ਮਾਰੀ ਤੇ ਚੌਰ ਨੂੰ ਪਰਾਂ ਸੁੱਟ ਕੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਖਣ ਲੱਗਾ, ਤੁਹਾਡੀ ਸੇਵਾ ਕਰਨ ਵਾਲੇ ਦਾ ਇਹ ਹਾਲ ਹੋਇਆ, ਉਸਨੂੰ ਰਿਛ ਦੀ ਜੂਨ ਮਿਲੀ ਏ ਤੇ ਮੈਂ ਤੇ ਫਿਰ ਬਾਂਦਰ ਹੀ ਬਣਾਂਗਾ ਨਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਭਾਈ ਕੀਰਤੀਆ ਇਹ ਜਿਹੜਾ ਸਰੀਰ ਆ ਨਾ ਇਹ ਕਰਮਾਂ ਦਾ ਖੇਤ ਆ, ਜਿਹੋ ਜਿਹਾ ਕੋਈ ਇਹਦੇ ਵਿੱਚ ਬੀਜ ਬੀਜਦਾ ਉਹੋ ਜਿਹਾ ਉਹਨੂੰ ਵੱਢਣਾ ਪੈਂਦਾ ਹੈ। ਭਾਈ ਤੇਰੇ ਪਿਤਾ ਨੇ ਬੀਜ ਹੀ ਇਸ ਤਰ੍ਹਾਂ ਦਾ ਬੀਜਿਆ ਸੀ। ਸੰਗਤ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਭਾਈ ਸੋਭਾ ਰਾਮ ਨੂੰ ਰਿਛ ਦੀ ਜੂਨ ਕਿਉਂ ਮਿਲੀ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਇੱਕ ਦਿਨ ਦੀਵਾਨ ਦੇ ਵਿੱਚ ਭਾਈ ਸੋਭਾ ਰਾਮ ਕੜਾਹ ਪ੍ਰਸ਼ਾਦ ਵਰਤਾ ਰਿਹਾ ਸੀ ਤੇ ਸਾਡਾ ਇੱਕ ਬਹੁਤ ਹੀ ਪਿਆਰਾ ਸਿੱਖ ਸੀ ਭਾਈ ਧੰਨਾ। ਭਾਈ ਧੰਨਾ ਆਪਣੇ ਗੱਡੇ ਨੂੰ ਲੈ ਕੇ ਜਾ ਰਿਹਾ ਸੀ। ਗੱਡੇ ਨੂੰ ਜਦੋਂ ਲੈ ਕੇ ਜਾ ਰਿਹਾ ਸੀ ਤੇ ਗੱਡੇ ਤੋਂ ਉਤਰ ਕੇ ਉਸਨੇ ਭਾਈ ਸੋਭਾ ਰਾਮ ਦੇ ਕੋਲੋਂ ਆ ਕੇ ਕੜਾਹ ਪ੍ਰਸ਼ਾਦ ਦਾ ਉਹ ਗੱਫਾ ਮੰਗਿਆ ਕਿ ਮੈਨੂੰ ਕੜਾਹ ਪ੍ਰਸ਼ਾਦ ਦੇ ਦੇ ਭਾਈ। ਘੱਟੇ ਦੇ ਨਾਲ ਲਿਬੜਿਆ ਹੋਇਆ ਸੀ ਤੇ ਉਸ ਵੇਲੇ ਸੋਭਾ ਰਾਮ ਨੇ ਇਹ ਬਚਨ ਕੀਤਾ, ਕਿਉਂ ਰਿਛ ਵਾਂਗੂ ਟੱਪਦਾ ਹੈ, ਟਿਕ ਕੇ ਬਹਿ ਜਾ। ਕੜਾਹ ਪ੍ਰਸ਼ਾਦ ਨਹੀਂ ਦਿੱਤਾ। ਭਾਈ ਧੰਨੇ ਨੇ ਦੁਬਾਰਾ ਫਿਰ ਬੇਨਤੀ ਕੀਤੀ, ਭਾਈ ਮੈਨੂੰ ਕੜਾਹ ਪ੍ਰਸ਼ਾਦ ਦੇ ਦੇ, ਮੇਰੇ ਗੱਡੇ ਜਿਹੜੇ ਨੇ ਉਹ ਅੱਗੇ ਤੁਰੇ ਜਾ ਰਹੇ ਨੇ, ਕਿਤੇ ਮੇਰਾ ਗੱਡਾ ਜਿਹੜਾ ਉਹ ਉਲਟ ਨਾ ਜਾਏ, ਪਲਟ ਨਾ ਜਾਏ, ਮੈਨੂੰ ਕੜਾਹ ਪ੍ਰਸ਼ਾਦ ਦੇ ਦੇ। ਪਰ ਭਾਈ ਸੋਭਾ ਰਾਮ ਨੇ ਉਸ ਨੂੰ ਕੌੜੇ ਬਚਨ ਆਖੇ, ਉਸ ਨੂੰ ਰਿਛ ਆਖਿਆ, ਕੜਾਹ ਪ੍ਰਸ਼ਾਦ ਨਹੀਂ ਦਿੱਤਾ। ਤੇ ਉਹ ਭਾਈ ਧੰਨਾ ਜਿਹੜਾ ਸੀ ਥੱਲੇ ਡਿੱਗਿਆ ਹੋਇਆ ਕੜਾਹ ਪ੍ਰਸ਼ਾਦ ਦਾ ਕਿਣਕਾ ਚੁੱਕ ਕੇ ਤੇ ਉਸਨੇ ਇਹ ਬਚਨ ਕੀਤੇ, ਮੈਂ ਰਿਛ ਨਹੀਂ, ਮੈਂ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਦਰਬਾਰ ਦਾ ਇੱਕ ਗਰੀਬ ਸਿੱਖ ਹਾਂ, ਰਿਛ ਤੇ ਤੂੰ ਹੋਵੇਂਗਾ। ਉਹ ਸਰਾਫ ਲੱਗਾ ਉਸ ਸਿੱਖ ਦਾ ਤੇਰੇ ਬਾਪ ਨੂੰ, ਤਾਂ ਕਰਕੇ ਇਹ ਰਿਛ ਬਣਨਾ ਪਿਆ ਇਸ ਨੂੰ। ਸੰਗਤ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡਾ ਸਿੱਖ ਸੀ, ਕਿਰਪਾ ਕਰੋ, ਤੁਹਾਡਾ ਬਿਰਧ ਆ, ਆਪਣੇ ਸਿੱਖ ਨੂੰ ਹੁਣ ਆਪ ਹੀ ਇਹਨੂੰ ਤੁਸੀਂ ਮੁਕਤੀ ਦਿਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਵੇਲੇ ਆਪਣਾ ਸ਼ਹੀਦ ਪ੍ਰਸ਼ਾਦ ਜਿਹੜਾ ਸੀ ਇਸ ਰਿਛ ਨੂੰ ਦਿੱਤਾ ਤੇ ਰਿਛ ਦੀ ਜੂਨ ਤੋਂ ਆਪਣੇ ਸਿੱਖ ਦੀ ਮੁਕਤੀ ਕੀਤੀ। ਇਸ ਤਰ੍ਹਾਂ ਦੇ ਕੌਤਕ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਵਿੱਚ ਕਰ ਰਹੇ ਨੇ। ਇੱਕ ਦਿਨ ਕੀ ਹੋਇਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਾਣੀਆਂ ਦੇ ਨਾਲ ਉਹ ਦਰਿਆ ਦੇ ਵਿੱਚ ਖੇਡ ਰਹੇ ਨੇ, ਇੱਕ ਦੂਸਰੇ ਦੇ ਉੱਤੇ ਪਾਣੀ ਸੁੱਟ ਰਹੇ ਨੇ, ਪਾਣੀ ਦੀਆਂ ਛੱਲਾਂ, ਪਾਣੀ ਦੇ ਛੱਟੇ ਇੱਕ ਦੂਸਰੇ ਦੇ ਉੱਤੇ ਸੁੱਟ ਰਹੇ ਨੇ। ਸੱਚੇ ਪਾਤਸ਼ਾਹ ਆਪਣੀ ਦਸਤਾਰ ਤੇ ਕੱਪੜੇ ਲਾਏ ਹੋਏ ਸਨ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਭਰਾ ਸੀ ਸੂਰਜਮਲ, ਇਹਦਾ ਪੁੱਤਰ ਸੀ ਗੁਲਾਬ ਰਾਏ। ਇਹ ਗੁਲਾਬ ਰਾਏ ਜਿਹੜਾ ਸੀ ਨਾ, ਚੋਰੀ ਦੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਪੱਗ ਤੇ ਕੱਪੜੇ ਚੁੱਕ ਕੇ ਲੈ ਗਿਆ ਤੇ ਪੱਗ ਆਪਣੇ ਸੀਸ ਤੇ ਬੰਨ੍ਹ ਲਈ। ਹਾਣੀਆਂ ਨੇ ਰੌਲਾ ਪਾ ਦਿੱਤਾ ਕਿ ਗੁਲਾਬ ਰਾਏ ਜਿਹੜਾ ਤੁਹਾਡੀ ਦਸਤਾਰ, ਤੁਹਾਡੀ ਪੱਗ ਚੁੱਕ ਕੇ ਲੈ ਗਿਆ ਤੇ ਆਪਣੇ ਸੀਸ ਤੇ ਬੰਨੀ ਫਿਰਦਾ। ਤੇ ਉਸ ਵੇਲੇ ਬਾਲਕ ਗੋਬਿੰਦ ਰਾਏ ਨੇ ਇਹ ਬਚਨ ਕੀਤਾ ਕਿ ਸ਼ਾਇਦ ਕਰਤਾਰ ਦੀ ਇਹੋ ਮਰਜ਼ੀ ਏ, ਕੋਈ ਗੱਲ ਨਹੀਂ, ਜੇ ਇਹਨੇ ਮੇਰੀ ਪੱਗ, ਮੇਰੀ ਦਸਤਾਰ ਬੰਨ੍ਹ ਲਈ ਏ, ਕੋਈ ਗੱਲ ਨਹੀਂ, ਹੁਣ ਮੈਂ ਇਹਨੂੰ ਵਾਪਸ ਨਹੀਂ ਲਵਾਂਗਾ, ਬੰਨੀ ਰੱਖ, ਤੂੰ ਗੁਰੂ ਬਣੇਗਾ, ਪਰ ਇਹ ਗੁਰਿਆਈ ਜਿਹੜੀ ਏ ਤੈਨੂੰ ਦੁੱਖ ਦੇਵੇਗੀ। ਇਹ ਗੁਲਾਬ ਰਾਏ ਜਿਹੜਾ ਸੀ ਨਾ, ਬਾਅਦ ਦੇ ਵਿੱਚ ਜਾ ਕੇ ਜਦੋਂ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ, ਸੱਚੇ ਪਾਤਸ਼ਾਹ ਦੇ ਜਾਣ ਮਗਰੋਂ ਇਹ ਗੁਲਾਬ ਰਾਏ ਜਿਹੜਾ ਸੀ ਆਨੰਦਪੁਰ ਸਾਹਿਬ ਦੇ ਵਿੱਚ ਫਿਰ ਗੁਰੂ ਬਣ ਕੇ ਬਹਿ ਗਿਆ ਸੀ, ਗੱਦੀ ਲਾ ਲਈ ਸੀ ਇਹਨੇ।
ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਦੇਹੁਰੇ ਦੀ ਸੇਵਾ ਜਿਹੜੀ ਸੀ ਨਾ, ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਦਾਸੀ ਸਾਧ ਗੁਰਬਖਸ਼ ਨੂੰ ਸੌਂਪ ਗਏ ਸਨ। ਇੱਕ ਦਿਨ ਉਦਾਸੀ ਸਾਧ ਗੁਰਬਖਸ਼ ਨੇ ਗੁਲਾਬ ਰਾਏ ਨੂੰ ਆਖਿਆ ਸੀ ਕਿ ਇਹ ਤੂੰ ਚੰਗਾ ਨਹੀਂ ਕਰ ਰਿਹਾ, ਸਤਿਗੁਰਾਂ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ, ਆਪਣੇ ਆਪ ਨੂੰ ਗੁਰੂ ਅਖਵਾਉਣਾ ਪਾਪ। ਤੇ ਉਸ ਵੇਲੇ ਗੁਲਾਬ ਰਾਏ ਨੇ ਹੰਕਾਰ ਦੇ ਨਾਲ ਮੱਤੇ ਹੋਏ ਨੇ, ਹੰਕਾਰ ਦੇ ਵਿੱਚ ਗਲਤਾਨ ਹੋਏ ਨੇ। ਗੁਲਾਬ ਰਾਏ ਨੇ ਇਸ ਗੁਰਬਖਸ਼ ਮਸੰਦ ਨੂੰ ਅਨੰਦਪੁਰ ਸਾਹਿਬ ਤੋਂ ਕੱਢ ਦਿੱਤਾ। ਇਹ ਕੋਟਲੇ ਜਾ ਕੇ ਰਿਹਾ। ਫਿਰ ਗੁਲਾਬ ਰਾਏ ਨੇ ਇਸ ਨੂੰ ਧਮਕੀ ਦਿੱਤੀ ਕਿ ਮੈਂ ਤੈਨੂੰ ਕੋਟਲੇ ਦੇ ਵਿੱਚੋਂ ਵੀ ਕੱਢ ਦੇਣਾ। ਤੇ ਉਸ ਵੇਲੇ ਇਸ ਦੁਖੀ ਹੋਏ ਉਦਾਸੀ ਸਾਧ ਗੁਰਬਖਸ਼ ਨੇ ਇਸ ਗੁਲਾਬ ਰਾਏ ਨੂੰ ਸਰਾਫ ਦਿੱਤਾ ਸੀ ਕਿ ਸਾਡੇ ਧੂਣੇ ਤੇ ਕੋਈ ਨਾ ਕੋਈ ਬੈਠਾ ਹੀ ਰਹੇਗਾ, ਪਰ ਤੇਰਾ ਕੋਈ ਨਾਮ ਨਿਸ਼ਾਨ ਨਹੀਂ ਰਹੇਗਾ। ਬਾਅਦ ਦੇ ਵਿੱਚ ਇਹ ਗੁਲਾਬ ਰਾਏ ਆਪਣੇ 4 ਪੁੱਤਰਾਂ ਸਣੇ ਕਾਲ ਦਾ ਗਰਾਸ ਬਣ ਗਿਆ ਸੀ, ਸਰਾਫ ਲੱਗਾ ਸੀ ਇਸ ਨੂੰ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਲਕ ਗੋਬਿੰਦ ਰਾਏ ਨੇ ਬਚਨ ਕੀਤਾ ਸੀ ਉਸ ਵੇਲੇ ਕਿ ਤੂੰ ਗੁਰਿਆਈ ਤੇ ਤੇਰੇ ਕੋਲ ਹੋਵੇਗੀ, ਪਰ ਇਹ ਤੈਨੂੰ ਦੁੱਖ ਦੇਵੇਗੀ। ਤੂੰ ਗੁਰੂ ਤੇ ਬਣੇਗਾ, ਪਰ ਇਹ ਤੈਨੂੰ ਦੁੱਖ ਦੇਵੇਗੀ। ਬਿਕਰਮੀ ਸੰਮਤ 1734 ਦਾ ਸਮਾਂ ਆਉਂਦਾ ਹੈ। ਮੈਂ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਕਾਬਲ ਦੀ ਸੰਗਤ ਆਉਂਦੀ ਹੈ। ਕਾਬਲ ਦੀ ਸੰਗਤ ਦੇ ਵਿੱਚ ਇੱਕ ਸੌਦਾਗਰ ਹੈ, ਇਹਦਾ ਨਾਮ ਹੈ ਦੁਨੀ ਚੰਦ। ਇਹ ਦੁਨੀ ਚੰਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਕਿਸੇ ਵੇਲੇ ਇਸ ਨੇ ਪੁੱਤਰ ਦੀ ਦਾਤ ਵਾਸਤੇ ਬੇਨਤੀ ਕੀਤੀ ਸੀ। ਇਹਦੇ ਘਰ ਦੇ ਵਿੱਚ 2 ਪੁੱਤਰਾਂ ਨੇ ਜਨਮ ਲਿਆ ਸੀ। ਇਹ ਫਿਰ ਦੁਨੀ ਚੰਦ ਨੇ ਸੁਖਣਾ ਸੁਖੀ ਹੋਈ ਸੀ। ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਬੇਅੰਤ ਭੇਟਾਵਾਂ ਲੈ ਕੇ ਪਹੁੰਚਿਆ। ਇੱਕ ਵੱਡਾ ਚੰਦੋਵਾ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਲਿਆ ਕੇ ਮੱਥਾ ਟੇਕਿਆ। ਇਸ ਚੰਦੋਵੇ ਦੀ ਕੀਮਤ ਜਿਹੜੀ ਹੈ 1.25 ਲੱਖ ਰੁਪਏ ਦੱਸੀ ਜਾਂਦੀ ਹੈ। ਏਡਾ ਵੱਡਾ ਇਹ ਚੰਦੋਵਾ ਸੀ। ਇਹ ਪਸ਼ਮੀਨੇ ਦਾ ਬਣਿਆ ਹੋਇਆ ਸੀ। ਇਹਦੇ ਵਿੱਚ ਹੀਰੇ ਮੋਤੀ ਜਵਾਹਰਾਤ ਜੜੇ ਹੋਏ ਸਨ। ਇਤਿਹਾਸਕਾਰ ਦੱਸਦੇ ਨੇ ਕਿ ਇਹੋ ਜਿਹਾ ਚੰਦੋਆ ਜਿਹੜਾ ਪੂਰੇ ਭਾਰਤ ਵਰਸ਼ ਦੇ ਵਿੱਚ ਕਿਸੇ ਰਾਜੇ ਦੇ ਕੋਲ ਨਹੀਂ ਸੀ। ਇੱਥੋਂ ਤੱਕ ਕਿ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਵੀ ਇਹੋ ਜਿਹਾ ਚੰਦੋਆ ਨਹੀਂ ਸੀ, ਜਿਹੋ ਜਿਹਾ ਚੰਦੋਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਲਿਆ ਕੇ ਇਸ ਪਿਆਰੇ ਸਿੱਖ ਨੇ ਮੱਥਾ ਟੇਕਿਆ ਸੀ। ਜਦੋਂ ਇਹ ਚੰਦੋਆ ਤਾਣਿਆ ਗਿਆ ਸਤਿਗੁਰੂ ਜੀ ਦੇ ਉੱਤੇ, ਤੇ ਸੱਚੇ ਪਾਤਸ਼ਾਹ ਇਸ ਚੰਦੋਵੇ ਨੂੰ ਵੇਖ ਕੇ ਬੜੇ ਖੁਸ਼ ਹੋਏ। ਬੜੀਆਂ ਖੁਸ਼ੀਆਂ ਜਿਹੜੀਆਂ ਸਨ ਇਸ ਦੁਨੀ ਚੰਦ ਸੌਦਾਗਰ ਨੂੰ ਦਿੱਤੀਆਂ। ਮੈਂ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇਸ਼ ਦੇਸ਼ਾਂਤਰਾਂ ਦੇ ਵਿੱਚ ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਹੁਕਮਨਾਮੇ ਭੇਜ ਦਿੱਤੇ ਆਪਣੇ ਦਾਦੇ ਵਾਂਗ। ਜਿਸ ਤਰ੍ਹਾਂ ਕਦੇ ਗੁਰੂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੰਗਤਾਂ ਨੂੰ ਹੁਕਮਨਾਮੇ ਭੇਜੇ ਸਨ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਜਿੱਥੇ ਅੱਗੇ ਸੰਗਤਾਂ ਗੁਰੂ ਦੇ ਦਰਬਾਰ ਦੇ ਵਿੱਚ ਬਸਤਰ ਲੈ ਕੇ ਆਉਂਦੀਆਂ ਨੇ, ਕਈ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਆਉਂਦੀਆਂ ਨੇ, ਸੰਗਤ ਮਾਇਆ ਲੈ ਕੇ ਆਉਂਦੀ ਹੈ। ਅੱਜ ਤੋਂ ਸੰਗਤ ਗੁਰੂ ਦੇ ਦਰਬਾਰ ਦੇ ਵਿੱਚ ਜੰਗੀ ਅਸਤਰ ਸ਼ਸਤਰ ਵੀ ਲੈ ਕੇ ਆਵੇ। ਜਿਹੜਾ ਮੇਰਾ ਸਿੱਖ ਜੰਗੀ ਸਾਜੋ ਸਮਾਨ ਜੰਗੀ ਅਸਤਰ ਸ਼ਸਤਰ ਲੈ ਕੇ ਆਵੇਗਾ, ਉਹਦੇ ਉੱਤੇ ਮੇਰੀ ਖੁਸ਼ੀ ਜ਼ਿਆਦਾ ਹੋਵੇਗੀ। ਇਹ ਹੁਕਮਨਾਮੇ ਮਿਲਣ ਦੀ ਦੇਰ ਸੀ। ਸੰਗਤਾਂ ਨੇ ਕੀ ਕੀਤਾ, ਤਰ੍ਹਾਂ ਤਰ੍ਹਾਂ ਦੀਆਂ ਢਾਲਾਂ, ਤਰ੍ਹਾਂ ਤਰ੍ਹਾਂ ਦੇ ਨੇਜੇ, ਤਲਵਾਰਾਂ, ਕਿਰਪਾਨਾਂ, ਬਰਛੇ, ਹਾਥੀ, ਘੋੜੇ, ਜੰਗੀ ਸਾਜੋ ਸਮਾਨ ਜਿਹੜਾ ਸੀ ਉਹ ਅਨੰਦਪੁਰ ਸਾਹਿਬ ਪਹੁੰਚਣ ਲੱਗ ਪਿਆ। ਅਸਾਮ ਦਾ ਰਾਜਾ ਰਤਨ ਰਾਏ, ਇਹ ਰਾਜਾ ਰਾਮ ਰਾਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸਿੱਖ ਬਣਿਆ ਸੀ। ਜਦੋਂ ਸੱਚੇ ਪਾਤਸ਼ਾਹ ਅਸਾਮ ਵੱਲ ਗਏ ਸਨ, ਅਸਾਮ ਦਾ ਰਾਜਾ ਸੀ ਰਾਜਾ ਰਾਮ ਰਾਏ। ਇਹਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਸੀ। ਇਹਨੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਚਨ ਕੀਤਾ ਸੀ, ਤੇਰੇ ਘਰ ਦੇ ਵਿੱਚ ਪੁੱਤਰ ਹੋਵੇਗਾ ਤੇ ਉਹਦੇ ਮੱਥੇ ਦੇ ਉੱਤੇ ਸਾਡੀ ਮੋਹਰ ਹੋਵੇਗੀ, ਸਾਡੀ ਨਿਸ਼ਾਨੀ ਹੋਵੇਗੀ। ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ। ਇਹਦਾ ਨਾਮ ਰੱਖਿਆ ਗਿਆ ਰਤਨ ਰਾਏ। ਜਿਸ ਵੇਲੇ ਇਹ ਰਤਨ ਰਾਏ ਵੱਡਾ ਹੋਇਆ ਤੇ ਆਪਣੀ ਮਾਤਾ ਨੂੰ ਪੁੱਛਦਾ ਹੈ ਕਿ ਇਹ ਮੇਰੇ ਮੱਥੇ ਤੇ ਨਿਸ਼ਾਨ ਕੈਸਾ ਹੈ।
ਤੇ ਉਸ ਵੇਲੇ ਇਹਦੀ ਮਾਤਾ ਨੇ ਦੱਸਿਆ ਸੀ ਕਿ ਬੇਟਾ तेरा जन्म जिहड़ा है सिखां दे 9वें गुरु तेग बहादुर सच्चे पातशाह दे वर दे नाल तेरा जन्म होया सी। जदों इनू पता लग्या ते ये बहुत सारियां भेटावां लैके ते ये आनंदपुर साहब गुरु गोबिंद सिंह सच्चे पातशाह दे दरबार दे विच पहुंचदा है। ये राजा रतन राय प्रसादी हाथी लैके आउंदा है, चिट्टे रंग दा हाथी। इहदे विच बड़ियां विशेषतावां सन, अगे प्रकरण आवेगा। 5 कला शस्त्र लिया के इस राजे ने गुरु गोबिंद सिंह सच्चे पातशाह दे दरबार दे विच मत्था टेकिया। ये 5 कला शस्त्र जिहड़ा सी इहदी कला नूं दब्बन लग्या ये तमंचा बन जांदा सी, ये नेजा बन जांदा सी, ये बरछी बन जांदा सी, ये कटार बन जांदा सी, ये किरपान बन जांदा सी। ऐसी इहदी विशेषता सी। 5 घोड़े लिया के सतगुरां दे दरबार दे विच मत्था टेके। बहुत सारी माया जिहड़ी सी वो लिया के सतगुरां दे दरबार दे विच मत्था टेकी। मैं अर्ज करां, राजा रतन राय ने एक शतरंज दी चौंकी लिया के गुरु गोबिंद सिंह सच्चे पातशाह दे चरनां विच मत्था टेकी। इस चौंकी दी कला दब्बियां इहदे विचों 5 पुतलियां निकलदियां सन ते वो पुतलियां सारियां मोहरां सारे जिहड़े नरदां सन उन्हां नूं आपो अपने थां ते अपने आप टका दिया करदियां सन। ऐसी वो शतरंज दी चौंकी सी। ऐसियां भेटावां लिया के राजा रतन राय जिहड़ा है वो गुरु गोबिंद सिंह सच्चे पातशाह दे दरबार दे विच मत्था टेकदा है। तकरीबन 5 महीने तक ये राजा रतन राय जिहड़ा सी गुरु गोबिंद सिंह सच्चे पातशाह दे दरबार दीयां रौनकां वेखदा रहा ते हैरान हुंदा रहा कि पता नहीं किन्ना कु चढ़ावा, किन्नियां कु भेटावां, किन्नी कु माया जिहड़ी है वो संगतां दे दरबार दे विच वो संगतां लैके आउंदियां ने दरबार दे विच ते पता नहीं किन्ना कु चढ़ावा चढ़दा है। ते सच्चे पातशाह दोवें हत्थां दे नाल फरियादियां नूं वो चढ़ावा लुटाई भी आउंदे ने, पर फिर भी गुरु दे दरबार दे विच कोई तोट नहीं आ रही। सतगुरां दे दरबार दीयां रौनकां वेख के ये राजा रतन राय जिहड़ा सी बहुत ज़्यादा हैरान होया। तकरीबन 5 महीने बीत गए। एक दिन राजा रतन राय गुरु गोबिंद सिंह सच्चे पातशाह नूं बेनती करन लगा, महाराज किरपा करो हुण मैनूं छुट्टियां दिओ, मैं अपने देश असाम वापस जाना चाहुंदा वां। गुरु गोबिंद सिंह सच्चे पातशाह राजा रतन राय नूं बचन कीता, राजा थोड़े दिन ठहर जा, साडा होला वेख के जावीं। राजा रतन राय बड़ा हैरान होया कि होली ते सुनी सी, होला की चीज होई। सतसंगी जनों, गुरु गोबिंद सिंह सच्चे पातशाह जिन्ने भी मादा प्रस्ती वाले नाम सन सारियां नूं नर दे विच बदल दिता सी। चढ़दी कला दे बोले जिहड़े सन गुरु गोबिंद सिंह सच्चे पातशाह बनाए सन। कवि निहाल सिंह जी लिखते ने, वो आंदे ने, बरछा ढाल कटारा तेगा, कड़छा देगा गोला है। बरछी नूं बरछा आखना है, बरछा ढाल कटारा, कटार नूं कटारा आखना है। बरछा ढाल कटारा तेगा, बरछा ढाल कटारा देगा, कड़छा देगा गोला है। शका प्रसाद सजा दस्तारा, अर करदौना टोला है। शका प्रसाद रोटी नूं प्रसाद आखना है। सजा दस्तारा पग नूं दस्तार भी नहीं कहना, इनू दस्तारा कहना। जिन्ने भी मादा प्रस्ती वाले नाम संसारियां नूं नर दे विच बदलिया। शका प्रसाद सजा दस्तारा, अर करदौना टोला है। सुभट सुचाला, अर लख बाहा, कलगा सिंह सुचोला है। जिस सिख दी एक बाह नहीं वो टुंडा है, उन्नू टुंडा कह के ओदा अपमान नहीं करना। सुभट सुचाला अर लख बाहां, ओनू लख बाह वाला आखना, एदियां लख बाहां ने। कलगा सिंह सुचोला है, जिहड़ा सिरों गंजा है, ओदे सिर ते केस नहीं, ओनू गंजा कह के ओदा अपमान नहीं करना, ओनू कलगा सिंह आखना। ये कलगा सिंह है भाई। सुभट सुचाला अर लख बाहां, कलगा सिंह सुचोला है। अपर मुशहरा दाड़ा जैसे, तैसे बोला होला है। इस तरह के चढ़दी कला के बोले जिहड़े सन वो गुरु गोबिंद सिंह सच्चे पातशाह बनाए। होली तो होला बनाया,
ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੋਲੇ ਵਾਲੇ ਦਿਨ ਕੀ ਕਰਿਆ ਕਰਦੇ ਸਨ। ਸੱਚੇ ਪਾਤਸ਼ਾਹ ਦੋ ਜਥੇ ਬਣਾਉਂਦੇ ਸਨ। ਉਹਨਾਂ ਜਥਿਆਂ ਦੀ ਆਪੋ ਦੇ ਵਿੱਚ ਮਨਸੂਈ ਨਕਲੀ ਜੰਗ ਕਰਾਉਂਦੇ ਸਨ। ਇੱਕ ਥਾਂ ਮਿੱਥੀ ਹੁੰਦੀ ਸੀ, ਜਿਹੜਾ ਜਥਾ ਇੱਕ ਦੂਸਰੇ ਨੂੰ ਕਚਾਨੀਆਂ ਦਿੰਦਾ, ਅੱਗੇ ਪਿੱਛੇ ਕਰਦਾ, ਜਿਹੜਾ ਜਥਾ ਉਸ ਮਿੱਥੀ ਹੋਈ ਥਾਂ ਤੇ ਪਹਿਲਾਂ ਪਹੁੰਚ ਜਾਂਦਾ ਸੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਰਬਾਰ ਦੇ ਵਿੱਚ ਉਸ ਜਥੇ ਨੂੰ ਸਿਰੋਪਾ ਦਿਆ ਕਰਦੇ ਸਨ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਿਕਰਮੀ ਸੰਮਤ 1739 ਨੂੰ ਸਿੱਖਾਂ ਨੂੰ ਹੁਕਮ ਕੀਤਾ ਕਿ ਇੱਕ ਵੱਡਾ ਧੌਂਸਾ, ਇੱਕ ਵੱਡਾ ਨਗਾਰਾ ਤਿਆਰ ਕਰਨਾ, ਕਿਉਂਕਿ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਤੋਂ ਇਹ ਫਰਮਾਨ ਜਾਰੀ ਕਰ ਦਿੱਤਾ ਸੀ ਕਿ ਕਿਸੇ ਵੀ ਧਰਮਸ਼ਾਲਾ ਦੇ ਵਿੱਚ ਕੀਰਤਨ ਨਹੀਂ ਹੋਵੇਗਾ, ਕਿਤੇ ਢੋਲਕੀ ਨਹੀਂ ਵੱਜੇਗੀ, ਕਿਤੇ ਚਿਮਟਾ, ਕਿਤੇ ਢੱਡ, ਕਿਤੇ ਸਰੰਗੀ, ਕਿਤੇ ਵੀ ਕੀਰਤਨ ਨਹੀਂ ਹੋਵੇਗਾ, ਕਿਤੇ ਤਬਲਾ ਨਹੀਂ ਵੱਜੇਗਾ, ਕਿਤੇ ਤਾਊਸ ਨਹੀਂ ਵੱਜੇਗਾ। ਕੀਰਤਨ ਤੇ ਪੱਕੀ ਤੌਰ ਤੇ ਬਾਦਸ਼ਾਹ ਔਰੰਗਜ਼ੇਬ ਨੇ ਪਾਬੰਦੀ ਲਾ ਦਿੱਤੀ ਸੀ। ਮੈਂ ਅਰਜ਼ ਕਰਾਂ, ਬਿਕਰਮੀ ਸੰਮਤ 1739 ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਹੁਕਮ ਕੀਤਾ ਕਿ ਇੱਕ ਵੱਡਾ ਧੌਂਸਾ ਤਿਆਰ ਕਰਨਾ, ਵੱਡਾ ਨਗਾਰਾ ਬਣਾਓ। ਦੀਵਾਨ ਨੰਦ ਚੰਦ ਨੇ ਕੀ ਕੀਤਾ, ਸਿੱਖਾਂ ਨੂੰ ਨਾਲ ਲੈ ਕੇ ਇੱਕ ਵੱਡਾ ਨਗਾਰਾ ਤਿਆਰ ਕੀਤਾ ਤੇ ਇਸ ਨਗਾਰੇ ਦਾ ਨਾਮ ਸੱਚੇ ਪਾਤਸ਼ਾਹ ਰੱਖਿਆ ਰਣਜੀਤ ਨਗਾਰਾ। ਜਦੋਂ ਕਦੇ ਇਸ ਨਗਾਰੇ ਦੇ ਉੱਤੇ ਚੋਟ ਵੱਜਦੀ ਸੀ, ਧੌਂਸੇ ਦੇ ਉੱਤੇ ਜਦੋਂ ਚੋਟ ਵੱਜਦੀ ਸੀ, 22 ਧਾਰ ਦੇ ਰਾਜਿਆਂ ਦੇ ਦਿਲ ਜਿਹੜੇ ਸਨ ਉਹ ਦਹਿਲ ਜਾਂਦੇ ਸਨ। ਇੱਕ ਦਿਨ ਕੀ ਹੋਇਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਦੇ ਨਾਲ ਕਹਿਲੂਰ ਦਾ ਰਾਜਾ ਭੀਮ ਚੰਦ, ਬਿਲਾਸਪੁਰ ਦਾ ਰਹਿਣ ਵਾਲਾ, ਇਹ ਆਨੰਦਪੁਰ ਸਾਹਿਬ ਜਿਹੜਾ ਸੀ ਇਹ ਵੀ ਬਿਲਾਸਪੁਰ ਦੇ ਵਿੱਚ ਹੀ ਆਉਂਦਾ ਸੀ। ਇਹ ਬਿਲਾਸਪੁਰ ਦਾ ਰਾਜਾ ਸੀ, ਰਾਜਾ ਭੀਮ ਚੰਦ। ਇਹਦੇ ਪਿਤਾ ਦੇਵੀ ਚੰਦ ਦੇ ਕੋਲੋਂ ਹੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਹ ਆਨੰਦਪੁਰ ਸਾਹਿਬ ਵਾਲੀ ਜ਼ਮੀਨ ਖਰੀਦੀ ਸੀ। ਤੇ ਦੇਵੀ ਚੰਦ ਦੇ ਘਰ ਦੇ ਵਿੱਚ ਵੀ ਕੋਈ ਪੁੱਤਰ ਨਹੀਂ ਸੀ, ਕੋਈ ਸੰਤਾਨ ਨਹੀਂ ਸੀ। ਦੇਵੀ ਚੰਦ ਨੇ ਤੇ ਇਹਦੀ ਰਾਣੀ ਨੇ, ਚੰਪਾ ਰਾਣੀ, ਇਹਨਾਂ ਦੋਵਾਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਵਿੱਚ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਪੁੱਤਰ ਦੀ ਦਾਤ ਬਖਸ਼ੋ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਉਹਨਾਂ ਦੇ ਵਰ ਦੇ ਨਾਲ ਹੀ ਫਿਰ ਇਹ ਰਾਜੇ ਭੀਮ ਚੰਦ ਦਾ ਜਨਮ ਹੋਇਆ ਸੀ। ਰਾਜਾ ਭੀਮ ਚੰਦ ਬਿਲਾਸਪੁਰ ਦਾ ਰਾਜਾ ਹੈ। ਬਿਲਾਸਪੁਰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀਆਂ ਫੌਜਾਂ ਦੇ ਨਾਲ ਪਹੁੰਚਦੇ ਨੇ, ਨਗਾਰੇ ਦੇ ਉੱਤੇ ਚੋਟ ਵੱਜਦੀ, ਧੌਂਸੇ ਦੀ ਜਦੋਂ ਆਵਾਜ਼ ਸੁਣਦਾ ਰਾਜਾ ਭੀਮ ਚੰਦ ਆਪਣੇ ਦਰਬਾਰ ਦੇ ਵਿੱਚ ਸੁੱਤਾ ਹੋਇਆ, ਇੱਕੋ ਦਮ ਅੱਬੜਵਾਏ ਉੱਠਦਾ, ਆਪਣੇ ਵਜ਼ੀਰ ਪਰਮਾਨੰਦ ਨੂੰ ਆਵਾਜ਼ ਮਾਰ ਕੇ ਪੁੱਛਦਾ, ਪਰਮਾਨੰਦਾ ਇਹ ਨਗਾਰੇ ਦੀ ਆਵਾਜ਼ ਤੂੰ ਵੀ ਸੁਣੀ ਹੈ? ਆਖਣ ਲੱਗਾ ਜੀ ਬਿਲਕੁਲ ਸੁਣੀ ਹੈ। ਫਿਰ ਇਹ ਕਿਹੜਾ ਰਾਜਾ ਜਿਹੜਾ ਸਾਡੇ ਉੱਤੇ ਚੜ੍ਹਾਈ ਕਰਕੇ ਆ ਗਿਆ? ਕੌਣ ਸਾਡੇ ਉੱਤੇ ਅਟੈਕ ਹੋ ਕੇ ਆ ਗਿਆ, ਹਮਲਾਵਰ ਹੋ ਕੇ ਆ ਗਿਆ? ਫੌਜਾਂ ਤਿਆਰ ਕਰੋ। ਵਜ਼ੀਰ ਪਰਮਾਨੰਦ ਆਖਣ ਲੱਗਾ, ਰਾਜਨ ਕੋਈ ਸਾਡੇ ਉੱਤੇ ਅਟੈਕ ਕਰਕੇ ਨਹੀਂ ਆਇਆ, ਕੋਈ ਸਾਡੇ ਉੱਤੇ ਹਮਲਾਵਰ ਹੋ ਕੇ ਨਹੀਂ ਆਇਆ। ਰਾਜਾ ਭੀਮ ਚੰਦ ਪੁੱਛਣ ਲੱਗਾ, ਫਿਰ ਹੋਇਆ ਕੀ? ਇਹ ਧੌਂਸੇ ਦੀ ਆਵਾਜ਼ ਆਈ, ਇਹ ਨਗਾਰਾ ਵੱਜਿਆ। ਵਜ਼ੀਰ ਪਰਮਾਨੰਦ ਆਖਣ ਲੱਗਾ, ਰਾਜਨ ਤੁਸੀਂ ਸਿੱਖਾਂ ਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਨਾਮ ਤੇ ਸੁਣਿਆ ਹੀ ਹੋਣਾ। ਆਖਣ ਲੱਗਾ, ਜੀ ਕਈ ਵਾਰ ਸੁਣਿਆ ਉਹਦਾ ਨਾਮ, ਉਹਦੀਆਂ ਕਈ ਕਰਾਮਾਤਾਂ ਵੀ ਮੈਂ ਸੁਣੀਆਂ ਨੇ। ਵਜ਼ੀਰ ਪਰਮਾਨੰਦ ਆਖਣ ਲੱਗਾ ਕਿ ਉਸੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਗੱਦੀ ਦੇ ਉੱਤੇ ਇੱਕ 6ਵਾਂ ਗੁਰੂ ਹੋਇਆ, ਗੁਰੂ ਹਰਗੋਬਿੰਦ ਸਾਹਿਬ। ਤੂੰ ਉਹਦਾ ਨਾਮ ਸੁਣਿਆ ਕਿ ਨਹੀਂ ਸੁਣਿਆ? ਰਾਜਾ ਭੀਮ ਚੰਦ ਆਖਣ ਲੱਗਾ ਕਿ ਗੁਰੂ ਹਰਗੋਬਿੰਦ ਨੂੰ ਤੇ ਮੈਂ ਨਹੀਂ ਜਾਣਦਾ, ਉਹਦਾ ਨਾਮ ਮੈਂ ਨਹੀਂ ਸੁਣਿਆ। ਵਜ਼ੀਰ ਪਰਮਾਨੰਦ ਆਖਣ ਲੱਗਾ, ਰਾਜਨ ਦਿੱਲੀ ਦੇ ਤਖਤੇ ਤਾਊਸ ਬਾਦਸ਼ਾਹ ਜਹਾਂਗੀਰ ਨੇ ਭਾਰਤ ਵਰਸ਼ ਦੇ 52 ਰਾਜੇ ਜਿਹੜੇ ਸਨ ਉਹ ਗਵਾਲੀਅਰ ਦੇ ਕਿਲੇ ਦੇ ਵਿੱਚ ਪੁੱਠੇ ਲਟਕਾ ਦਿੱਤੇ ਸਨ, ਕੈਦ ਕਰ ਦਿੱਤੇ ਸਨ। ਤੇ ਉਹਨਾਂ ਰਾਜਿਆਂ ਦੇ ਵਿੱਚ ਤੇਰਾ ਦਾਦਾ ਤਾਰਾ ਚੰਦ ਵੀ ਕੈਦ ਸੀ। ਤੇ ਉਹਨਾਂ 52 ਰਾਜਿਆਂ ਨੂੰ ਗੁਰੂ 6ਵੇਂ ਪਾਤਸ਼ਾਹ ਇੱਕ 52 ਕਲੀਆਂ ਵਾਲਾ ਚੋਲਾ ਸਵਾ ਕੇ, ਆਪਣੇ ਚੋਲੇ ਦੀਆਂ ਕਲੀਆਂ ਫੜਾ ਕੇ ਤੇ ਉਹਨਾਂ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਵਾਇਆ ਸੀ। ਉਹਨਾਂ ਦੇ ਵਿੱਚ ਤੇਰਾ ਦਾਦਾ ਵੀ ਸੀ, ਤਾਰਾ ਚੰਦ।
तेरे दादे नूं रिहा करवाउण वाला गुरु छेवें पातशाह गुरु हरगोबिंद साहब, ते तू कहना है कि मैं उन्हां दा नाम ही नहीं जानदा। ये उसे गुरु छेवें पातशाह गुरु हरगोबिंद साहब का पोतरा है गोबिंद राय। ये अपनियां फौजां दे नाल जंगल की सैर करदा करदा इधर नूं आ गया। इनू भी अपने दादे वांग फौजां रखण दा, हाथी घोड़े रखण दा, जंगी साजो समान रखण दा इनू शौक है। वजीर परमानंद ने जदों इस तरह दसिया ते राजा भीमचंद आखन लगा कि एक राज दे विच एक ही नगारा वज सकदा, एक राज दे विच एक इलाके दे विच दो धौंसे दो नगारे नहीं वज सकते। वजीर परमानंद ने समझाया कि वो तो गुरु नानक देव सच्चे पातशाह की गद्दी दे मालक ने, फकीर लोक ने, डरन की कोई लोड़ नहीं। आ मैं तेनू उहदे दरबार दे विच लैके जावां। राजा भीमचंद अगले दिन तैयार होया, अपने नाल 500 सिपाही ते कुछ दरबारी लैके वजीर परमानंद दे नाल ये राजा भीमचंद जिहड़ा सी गुरु गोबिंद सिंह सच्चे पातशाह के दरबार दे विच पहुंचदा है। गुरु गोबिंद सिंह सच्चे पातशाह राजे भीमचंद का बहुत स्वागत किया, डेरा लवाया। रात लंघी, जदों सवेर होई अगले दिन सवेरे जदों गुरु गोबिंद सिंह सच्चे पातशाह के दरबार दे विच राजा भीमचंद आउंदा ते गुरु गोबिंद सिंह सच्चे पातशाह के दरबार की शोभा वेख के राजा भीमचंद जिहड़ा है वह हैरान रह जांदा है। कैसियां अनुपम चीज़ां सन गुरु गोबिंद सिंह सच्चे पातशाह के दरबार दे विच। गुरु गोबिंद सिंह सच्चे पातशाह के सीस के उत्ते 1.25 लाख की कलगी जिहड़ी है शोभा पा रही है। सतगुरां दे उत्ते ओ दीन जिहड़ा दुनी चंद सौदागर जिहड़ा सी, सतगुरु सच्चे पातशाह का श्रद्धालु सिख जिहड़ा ओ 1.25 लाख का चंदोवा लैके आया सी, ओ 1.25 लाख का हीरियां दे नाल, मोतियां दे नाल, जवाहरातां दे नाल जड़िया होया जिहड़ा चंदोवा सी, ओ सतगुरां दे सीस दे उत्ते शोभा पा रहा सी। मैं अर्ज करां, एक पासे सतगुरां दे दरबार दे विच उदासी महंत कृपाल दास दा 500 चेला वो अखां मीट के नाम जपदा सी पिया। सामने संगतां बैठियां हुईयां ने। सतगुरु सच्चे पातशाह दे सज्जे बन्ने वो सूरमे बैठे हुए सन, जिन्हां सूरमियां दियां गज गज चौड़ियां छातियां, जिन्हां दियां मुछां खुंडियां सन, जिन्हां दा एक हथ जिहड़ा सी वो किरपान दी मुठ ते सी ते वो चढ़दी कला दियां बाणियां पढ़ रहे सन, चढ़दी कला दा पाठ कर रहे सन। खंडा पृथ्मै साज कै जिन सब सहसार उपाया, ब्रह्मा विष्णु महेश साज कुदरती दा खेल रचाए बनाया। सिंधु पर्वत मेदनी बिन थम्मा गगन रहाया, सिरजे दानो देवते तिन अंदर बाद रचाया। तैही दुर्गा साज कै दैंतां दा नाश कराया, तैथों ही बल कृष्ण लै कंस केसी पकड़ गिराया। बड़े बड़े मुन देवते कई जुग तिनी तन ताया, किनी तेरा अंत ना पाया। वो इस तरह की चढ़दी कला का पाठ कर रहे ने। इन्ने नूं की होया, राजे भीमचंद ने वेखिया सतगुरां दे दरबार दे विच प्रसादी हाथी आउंदा है चिट्टे रंग दा। ये प्रसादी हाथी दे विच बड़ी विशेषता सी। ये सतगुरां दे दरबार दे विच सतगुरां दे उत्ते अपनी सुंड दे नाल चौर करया करदा सी। जदों प्रसादी हाथी आके सतगुरां दे उत्ते अपनी सुंड दे नाल चौर करन लग पिया ते राजा भीमचंद जिहड़ा सी इस प्रसादी हाथी नूं वेख के, इहदे गुण वेख के बहुत ज़्यादा हैरान होया। मन दे विच सोचदा है कि इहो जिहियां अनुपम चीज़ां जिहड़ियां ने साडे वर्गियां राजियां दे कोल भी नहीं, ये फकीर लोक रखी फिरदे ने। ये जिहड़ा प्रसादी हाथी सी ये सतगुरां दे तीर चुक के लै आउंदा सी। रात नूं जदों सच्चे पातशाह बिराजदे सन, अपनी सुंड दे नाल सतगुरां दी मुट्ठी चापी करदा सी। गंगा सागर गड़वे दे नाल सतगुरां दे चरण धवाउंदा सी। बहुत ज़्यादा विशेषता सी इहदे विच। राजा भीमचंद इहो जिहियां अनुपम चीज़ां वेख के, वो गुरु गोबिंद सिंह सच्चे पातशाह दा दरबार वेख के ये अंदरों अंदरी सड़ गया। वो कैसा दरबार सी गुरु गोबिंद सिंह सच्चे पातशाह दा। अत ऊंचा ताका दरबारा, अंत नाही किछ पारा वारा। सतगुरां दे दरबार दी उपमा नामधारी पंथ दे महान कवि संत करम सिंह जी बालम अपनी कलम दे नाल करदे ने।
बालम जी लिखते ने, शाही भी फकीरी थी उस दरबार की बांदी, अणख पी आन पी देखी मैं कलगी धार की बांदी, खुद तरसी वतन खिदमत सदा ही नाच करती है, भक्ति वीरता दौलत गुरु का आप भरती है, धीरज शांत सब शक्ति गुरु के खड़ी थी हाजर, रहमत मौला के घर की गुरु के पड़ी थी हाजर। वो ऐसा दरबार सी। सिखा ने लिया के राजे भीमचंद नूं ਉਹਦੇ ਅੱਗੇ ਸੁੱਕੇ ਮੇਵੇ ਰੱਖੇ। ਰਾਜੇ ਭੀਮਚੰਦ ਨੂੰ ਪਤਾ ਹੀ ਨਹੀਂ ਸੀ ਕਿ ਇਹ ਮੇਵੇ ਖਾਣੇ ਕਿਵੇਂ ਨੇ, ਉਹਨੇ ਵੇਖੇ ਪਹਿਲੀ ਵਾਰ ਸਨ। ਸਿੱਖਾਂ ਨੇ ਦੱਸਿਆ ਕਿ ਇਹਨਾਂ ਨੂੰ ਭੰਨ ਕੇ ਇਸ ਤਰ੍ਹਾਂ ਤੇ ਇਹਦੇ ਵਿੱਚੋਂ ਗਿਰੀ ਕੱਢ ਕੇ ਖਾਈ ਦੀ ਹੈ। ਰਾਜਾ ਭੀਮਚੰਦ ਜਿਹੜਾ ਸੀ ਇਹੋ ਜਿਹੀਆਂ ਅਨੁਪਮ ਚੀਜ਼ਾਂ ਵੇਖ ਕੇ ਉਹ ਬਹੁਤ ਜ਼ਿਆਦਾ ਹੈਰਾਨ ਤੇ ਆਸ਼ਚਰਯਚਕਿਤ ਸੀ। ਵਾਪਸ ਆਇਆ, ਮਨ ਦੇ ਵਿੱਚ ਸੋਚਦਾ ਹੈ ਕਿ ਇਹ ਚੀਜ਼ਾਂ ਤੇ ਮੇਰੇ ਕੋਲ ਚਾਹੀਦੀਆਂ ਨੇ, ਮੈਂ ਇਸ ਕਹਿਲੂਰ ਇਲਾਕੇ ਦਾ ਰਾਜਾ ਵਾਂ, ਇਹ ਫਕੀਰ ਲੋਕ ਰੱਖੀ ਫਿਰਦੇ ਨੇ। ਫਕੀਰਾਂ ਦਾ ਕੀ ਕੰਮ ਆ ਆਪਣੇ ਉੱਤੇ ਚੰਦੋਆ ਲਾਉਣ ਦਾ, ਫਕੀਰਾਂ ਦਾ ਕੀ ਕੰਮ ਆ ਫੌਜਾਂ ਰੱਖਣ ਦਾ, ਫਕੀਰਾਂ ਦਾ ਕੀ ਕੰਮ ਆ ਤਲਵਾਰਬਾਜ਼ੀ ਕਰਨ ਦਾ, ਸ਼ਸਤਰ ਚਲਾਉਣੇ ਸਿੱਖਣ ਦਾ, ਸ਼ਸਤਰ ਚਲਾਉਣ ਦਾ। ਇਹ ਚੀਜ਼ਾਂ ਤੇ ਮੇਰੇ ਕੋਲ ਹੋਣੀਆਂ ਚਾਹੀਦੀਆਂ ਨੇ। ਥੋੜੇ ਦਿਨਾਂ ਨੂੰ ਮੇਰੇ ਲੜਕੇ ਅਜਮੇਰ ਚੰਦ ਦੀ ਸ਼ਾਦੀ ਹੈ ਤੇ ਕਿਉਂ ਨਾ ਮੈਂ ਗੋਬਿੰਦ ਰਾਏ ਦੇ ਕੋਲੋਂ ਚਿੱਠੀ ਲਿਖ ਕੇ ਤੇ ਭੇਜ ਕੇ ਇਹ ਚੰਦੋਆ ਮੈਂ ਮੰਗ ਲਵਾਂ, ਇਹ ਪ੍ਰਸਾਦੀ ਹਾਥੀ ਮੈਂ ਚਿੱਠੀ ਦੇ ਵਿੱਚ ਮੰਗ ਲਵਾਂ। ਥੋੜੇ ਦਿਨ ਜਦੋਂ ਵਿਆਹ ਦੇ ਵਿੱਚ ਮੇਰੇ ਉੱਤੇ ਚੰਦੋਆ ਲੱਗਿਆ ਹੋਏਗਾ, ਪ੍ਰਸਾਦੀ ਹਾਥੀ ਮੇਰੇ ਉੱਤੇ ਚੌਰ ਕਰੇਗਾ ਤੇ ਸਾਰੇ 22 ਧਾਰ ਦੇ ਰਾਜੇ ਉਸ ਵਿਆਹ ਦੇ ਵਿੱਚ ਮੇਰੀ ਇਸ ਸ਼ੋਭਾ ਨੂੰ ਵੇਖ ਕੇ ਉਹ ਬੜੇ ਖੁਸ਼ ਹੋਣਗੇ, ਮੇਰੀ ਬੜੀ ਮਹਿਮਾ ਹੋਏਗੀ ਵਿਆਹ ਦੇ ਵਿੱਚ। ਇਸ ਤਰ੍ਹਾਂ ਰਾਜਾ ਭੀਮਚੰਦ ਸੋਚ ਕੇ ਆਪਣੇ ਵਜ਼ੀਰ ਪਰਮਾਨੰਦ ਨੂੰ ਇਹ ਚਿੱਠੀ ਲਿਖ ਕੇ ਤੇ ਵਜ਼ੀਰ ਪਰਮਾਨੰਦ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਭੇਜਦਾ। ਰਾਜੇ ਭੀਮਚੰਦ ਨੇ ਸੋਚਿਆ ਤੇ ਇਹ ਸੀ ਕਿ ਜਦੋਂ ਇੱਕ ਵਾਰ ਹਾਥੀ ਆ ਗਿਆ, ਇੱਕ ਵਾਰ ਜਦੋਂ ਚੰਦੋਆ ਆ ਗਿਆ, ਇਹ ਚੀਜ਼ਾਂ ਆ ਗਈਆਂ, ਇਹ ਤੇ ਫਕੀਰ ਲੋਕ ਨੇ, ਇੱਕ ਵਾਰ ਜਦੋਂ ਇਹ ਚੀਜ਼ਾਂ ਆ ਗਈਆਂ ਤੇ ਆਪਾਂ ਕਿਹੜੀਆਂ ਵਾਪਸ ਕਰਨੀਆਂ ਨੇ। ਵਜ਼ੀਰ ਪਰਮਾਨੰਦ ਜਿਹੜਾ ਸੀ ਚਿੱਠੀ ਲੈ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਉਂਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆ ਕੇ ਰਾਜੇ ਭੀਮਚੰਦ ਦਾ ਸੁਨੇਹਾ ਦਿੰਦਾ, ਪੜ੍ਹ ਕੇ ਸੁਣਾਉਂਦਾ ਚਿੱਠੀ। ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਚੀਜ਼ਾਂ ਦੇਣ ਤੋਂ ਇਨਕਾਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਿੱਖਾਂ ਨੇ ਗੁਰੂ ਘਰ ਨੂੰ ਮੱਥਾ ਟੇਕੀਆਂ ਨੇ, ਇਹ ਸੰਗਤ ਦੀ ਚੀਜ਼ ਆ, ਇਹ ਗੁਰੂ ਘਰ ਦੀ ਚੀਜ਼ ਆ, ਐਵੇਂ ਇਹ ਚੀਜ਼ਾਂ ਕਿਸੇ ਨੂੰ ਦਿੱਤੀਆਂ ਨਹੀਂ ਜਾ ਸਕਦੀਆਂ। ਜੇ ਉਹਨੂੰ ਹਾਥੀ ਚਾਹੀਦਾ, ਸਾਡੇ ਕੋਲ ਇੱਕ ਹੋਰ ਹਾਥੀ ਹੈ ਜਿਹੜਾ ਅਸੀਂ ਆਪ ਪੈਸੇ ਲਾ ਕੇ ਖਰੀਦਿਆ, ਉਹ ਭੇਜ ਦਿੰਦੇ ਆ, ਪਰ ਪ੍ਰਸਾਦੀ ਹਾਥੀ ਨਹੀਂ ਦਿੱਤਾ ਜਾ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਇਨਕਾਰ ਕਰ ਦਿੱਤਾ। ਵਜ਼ੀਰ ਪਰਮਾਨੰਦ ਜਿਹੜਾ ਸੀ ਵਾਪਸ ਆ ਗਿਆ। ਜਦੋਂ ਰਾਜੇ ਭੀਮਚੰਦ ਨੂੰ ਪਤਾ ਲੱਗਾ ਕਿ ਸਤਿਗੁਰਾਂ ਨੇ ਚੀਜ਼ਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਰਾਜਾ ਭੀਮਚੰਦ ਜਿਹੜਾ ਸੀ ਗੁੱਸੇ ਦੇ ਵਿੱਚ ਆ ਗਿਆ। ਉਸ ਵੇਲੇ ਪੰਮੇ ਪ੍ਰੋਹਤ ਨੇ ਅੱਗ ਦੇ ਵਿੱਚ ਘਿਓ ਪਾਉਣ ਵਾਲਾ ਕੰਮ ਕੀਤਾ। ਆਖਣ ਲੱਗਾ, ਵੇਖੋ ਜੀ, ਸਾਡੇ ਜੰਗਲ ਦੇ ਵਿੱਚੋਂ ਘਾਹ ਪੱਠਾ ਖੜਦੇ ਨੇ, ਸਾਡੇ ਜੰਗਲ ਦੇ ਵਿੱਚੋਂ ਹੀ ਲੰਗਰ ਵਾਸਤੇ ਬਾਲਣ ਖੜਦੇ ਨੇ, ਇੱਥੋਂ ਹੀ ਸਾਰੀਆਂ ਸਹੂਲਤਾਂ ਇਹ ਲੈ ਰਹੇ ਨੇ, ਸਾਡੇ ਰਾਜ ਦੇ ਵਿੱਚ ਰਹਿੰਦੇ ਨੇ, ਸਾਡੀ ਪ੍ਰਜਾ ਆ, ਸਾਡੀ ਰਿਆਇਆ, ਸਾਡੀ ਬਿੱਲੀ ਤੇ ਸਾਨੂੰ ਮਿਆਉਂ ਕਰਦੀ ਹੈ। ਉਲਟਾ ਚੋਰ ਕੋਤਵਾਲ ਕੋ ਡਾਟੇ, ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ, ਇਹਨਾਂ ਦੇ ਨਾਲ ਜੰਗ ਕਰਨਾ ਚਾਹੀਦਾ। ਪੰਮੇ ਪ੍ਰੋਹਤ ਨੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਵਜ਼ੀਰ ਪਰਮਾਨੰਦ ਜਿਹੜਾ ਸੀ ਨਾ, ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮਹਿਮਾ ਨੂੰ ਜਾਣਦਾ ਸੀ। ਵਜ਼ੀਰ ਪਰਮਾਨੰਦ ਪਹਿਲਾਂ ਸਖਤ ਝਾੜ ਪਾਉਂਦਿਆਂ ਹੋਇਆਂ ਪੰਮੇ ਪ੍ਰੋਹਤ ਨੂੰ ਆਖਣ ਲੱਗਾ, ਓਏ ਚੁੱਪ ਕਰ ਜਾ, ਕਿਉਂ ਰਾਜੇ ਭੀਮਚੰਦ ਦੇ ਮਹਿਲ ਦੇ ਵਿੱਚ ਅੱਗ ਲਾਉਣੀ ਚਾਹੁੰਦਾ ਹੈ, ਕਿਉਂ ਰਾਜੇ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ। ਤੇਰੇ ਵਰਗੀਆਂ ਕਤੀੜਾਂ ਜਿਹੜੀਆਂ ਨੇ ਨਾ, ਜਦੋਂ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ, ਤੇਰੇ ਵਰਗੇ ਕੁੱਤੇ ਰੂੜੀ ਤੇ ਚੜ ਕੇ ਫਿਰ ਮੂੰਹ ਤਾਂ ਨੂੰ ਕਰਕੇ ਭੌਂਕਦੇ ਨੇ। ਜਦੋਂ ਇਸ ਤਰ੍ਹਾਂ ਦੀ ਸਖਤ ਝਾੜ ਵਜ਼ੀਰ ਪਰਮਾਨੰਦ ਨੇ ਪਾਈ ਤੇ ਪੰਮਾ ਪ੍ਰੋਹਤ ਜਿਹੜਾ ਸੀ ਚੁੱਪ ਕਰਕੇ ਬੈਠ ਗਿਆ। ਵਜ਼ੀਰ ਪਰਮਾਨੰਦ ਰਾਜੇ ਭੀਮਚੰਦ ਨੂੰ ਸਮਝਾਉਂਦਾ, ਰਾਜਨ, ਉਹ ਫਕੀਰਾਂ ਦੀ ਗੱਦੀ ਹੈ, ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਗੱਦੀ ਹੈ, ਤੇ ਧਿਆਨ ਰੱਖੀ ਕਦੇ ਵੀ ਸਤਪੁਰਸ਼ਾਂ ਦੇ ਨਾਲ, ਕਦੇ ਵੀ ਸਾਧੂਆਂ ਦੇ ਨਾਲ, ਕਦੇ ਵੀ ਫਕੀਰਾਂ ਦੇ ਨਾਲ ਵੈਰ ਨਹੀਂ ਲੈਣਾ ਚਾਹੀਦਾ।
जिन्ने जिन्ने भी फकीरां दे नाल वैर लिया उहदा रिहा कख नहीं। राजे भीम चंद दी पटराणी ने इनू समझाया कि राजन की करन लगा, घर दे विच मुंडे दा विआह रखिया होया, पहला मुंडे दा विआह कर लै, जंग ते फिर भी हो सकदा। राजा भीम चंद जिहड़ा सी वो जंग तो थोड़े चिर वास्ते टल गया। जंग करन दा जिहड़ा मन बनिया होया सी वो बदल गया कि जंग बाद दे विच करांगे। घर दे विच विआह रखिया होया, घर दे विच मंगलाचार दा प्रोग्राम कार्यक्रम बनिया होया, जंग ते आपां फिर भी कर लवांगे। ये जिहड़ा जंग दा माहौल इस तरह दा बनिया होया सी ना। दूसरे पासे नाहान देश दा राजा सी राजा मेदनी प्रकाश। राजा मेदनी प्रकाश ते श्रीनगर दा राजा सी राजा फतेह शाह। इन्हां दोवां राजियां दे विच कोई हद बन्ने तो लैके बहुत लंबे समय तो लड़ाई चल रही सी। राजा फतेह शाह जिहड़ा सी बाबा राम राय जी इहदे मित्र सन ते राजा मेदनी प्रकाश जिहड़ा सी नाहान देश दा राजा वो बाबा राम राय दियां करामातां तो डरदे सन कि ये करामाती है। ते राजा फतेह शाह भी जिहड़ा सी बाबा राम राय दियां करामातां दा डर इन्हां नूं दिंदा सी क्योंकि बाबा राम राय उहदा मित्र सी। एक दिन की होया, राजे मेदनी प्रकाश दे वजीरां ने राजे मेदनी प्रकाश नूं आखिया हुण डरन दी लोड़ नहीं। बाबा राम राय नूं जिस घर दे विचों ये करामातां मिलियां सन उस घर दे मालक ने गुरु गोबिंद सिंह सच्चे पातशाह गुरु गोबिंद राय इत्थे नेड़े ही ने। तू उन्हां दी शरण क्यों नहीं लैंदा, उन्हां दी शरण दे विच जा। उस वेले राजे मेदनी प्रकाश ने अपने वजीरां नूं बहुत सारियां भेटावां दे के ते आनंदपुर साहब गुरु गोबिंद सिंह सच्चे पातशाह दे दरबार दे विच भेजिया ते बेनती कीती, सच्चे पातशाह राजा भीम चंद जिहड़ा इस वेले तुहाडा वैरी बनिया होया, जंग दा माहौल तनाव दा माहौल बनिया होया, ते कृपा करो तुसी अपना परिवार लैके थोड़े दिनां वास्ते मेरे कोल आ जाओ। गुरु गोबिंद सिंह सच्चे पातशाह विचार कीती कि गल ते ठीक है, मैं ते ये फौजां तैयार कीतियां सन बादशाह औरंगजेब दे नाल टक्कर लैण वास्ते, भारत वर्ष नूं आज़ाद कराउण वास्ते, हिंदुस्तान दे गलों गुलामी दा तौक लाउण वास्ते। ये पहाड़िए राजे जिहड़े ने खामखा मेरे गल पैण दे ने। मैं ते बादशाह औरंगजेब दे नाल जंग करन दी तैयारी करनी है। गुरु गोबिंद सिंह सच्चे पातशाह इस तरह का विचार करके अपना परिवार लैके कुछ फौजां लैके ते नाहान देश चले जाते हैं। इत्थे जाके सच्चे पातशाह की कीता, जमुना नदी के कंढे ते सच्चे पातशाह एक नगर वसाउंदे ने ते इस नगर का नाम रखिया पावटा। बहुत रमणीक स्थान है। दास नूं कई बार इस स्थान के दर्शन करन दा सुभाग प्राप्त होया। मैं अर्ज करा, गुरु गोबिंद सिंह सच्चे पातशाह जदों इत्थे आउंदे ने ते राजा फतेह शाह ते राजा मेदनी प्रकाश दे विच सच्चे पातशाह सुलह कराउंदे ने ते गुरु गोबिंद सिंह सच्चे पातशाह की कृपा दे नाल ही दोवां राजियां दे घरां दे विच पुत्तर पैदा हुंदे ने। दोवां घरां दे विच पुत्रां दी दात आई, दोवां राजियां दे विच सुलह हो जांदी है। इत्थे ही गुरु गोबिंद सिंह सच्चे पातशाह जदों पावटे दे विच रहिंदे ने, पावटे दे कोल ही एक नगर सी सढौरा। इत्थे मुसलमानां दा एक वड्डा पीर रहिंदा है, पीर बुद्धू शाह। इहदे कन्नां दे विच जदों गुरु गोबिंद सिंह सच्चे पातशाह दा जस पिया ते इह दर्शन करन वास्ते आउंदा। जदों गुरु गोबिंद सिंह सच्चे पातशाह दे दरबार दे विच इह दर्शन करन वास्ते आया, इहदे मुरीदां ने इहदा पलंग, इहदी पालकी जिहड़ी सी मोढियां ते चुकी होई सी। गुरु गोबिंद सिंह सच्चे पातशाह दे दरबार दे विच आके इहदे मुरीदां ने पलंग थल्ले रख दिता। पालकी जदों थल्ले रखी, पालकी दे विचों जदों पीर बुद्धू शाह बाहर निकलदा है ते दूरों जदों दर्शन करदा है गुरु गोबिंद सिंह सच्चे पातशाह दा, ते एक इस तरह तेज, एक ऐसा झलकारा इनू पैंदा है, सिजदा मक्के नू करां जां तेरे वल्ले, तेरे नूर तो मक्का जुदा ही नहीं, तू है खुद खुदा खुदा दी सौं, तेरे तो बिना होर कोई खुदा ही नहीं। इस तरह का दीदार इनू हुंदा है। अगे वधदा है पर अजे हउमे दा कंडा जिहड़ा सी इहदे अंदर सी।
बड़े इन्ने चालीए कट्टे होए सन, बड़ियां रिद्धियां सिद्धियां, बड़ियां करामातां इहदे कोल सन। जिहड़ा बचन करदा सी पूरा हो जांदा सी, पर अजे हउमे जिहड़ी सी ना वो दूर नहीं सी होई। अजे किसे गुरु दे लड़ नहीं सी ना लगया। पीर बुद्धू शाह दे अंदर हउमे सी। मन दे विच सोचदा है कि मैं जे जाके सतगुरां नूं सिजदा कीता ते मेरे मुरीद की आखणगे कि साडा पीर साडा मुरशद ही एक हिंदू दे पैरी पई जांदा। पीर बुद्धू शाह ने जाके सतगुरां नूं सिजदा नहीं कीता, मत्था नहीं टेकिया, जाके अपना दस्त पंजा जिहड़ा सी सतगुरां दे अगे कीता। सतगुरु सच्चे पातशाह घट घट दी जाननहार ਇਹਦੇ अंदर दी भावना नूं समझ लिया कि ਇਹਦੇ अंदर अजे हउमे है, अजे हंकार दा कंडा, हउमे दा कंडा इनू अजे तंग करदा पिया, ਇਹਦਾ इलाज करना पैना। गुरु गोबिंद सिंह सच्चे पातशाह भी अपना पोला जा हथ जिहड़ा सी ना अगे कर दिता। पीर बुद्धू शाह सतगुरां दे कोल बैठ गया। बचन बिलास शुरू होए। पीर बुद्धू शाह ने बेनती की कि खुदा नूं तुसीं किस तरह मिलदे हो, खुदा दा मिलाप तुसीं किस तरह प्राप्त कीता। गुरु गोबिंद सिंह सच्चे पातशाह दी परख करन लगा कि इन्हां दी बिरती किन्नी कु उच्ची है, वेखां ते सही। गुरु गोबिंद सिंह सच्चे पातशाह बचन कीता, पीर जी खुदा नूं मिलना ते इस तरह जिवें दिन ते रात दा मेल। हुण ये गल जदों गुरु गोबिंद सिंह सच्चे पातशाह कीती ते ये बचन पीर बुद्धू शाह दे उत्तों दी लंघ गया। हुण सतगुरां नूं कह भी नहीं सी सकदा अपने मुरीदां दे सामने कि ये गल मेरे समझ नहीं आई। पीर बुद्धू शाह बेनती करन लगा कि रात ते दिन दा मेल, रात ते दिन दा मेल कदे हुंदा ही नहीं। जदों दिन हुंदा है उदों रात नहीं हुंदी, जदों रात हुंदी है उदों दिन नहीं हुंदा। तुसीं कहिंदे हो कि खुदा दे नाल मेल करना इस तरह जिवें दिन ते रात दा मेल। गुरु गोबिंद सिंह सच्चे पातशाह बचन कीता, पीर जी हाँ, मैं यही गल तुहानूं कहनी चाहुंदा कि जिथे रात होवेगी उथे दिन दा उजाला नहीं होवेगा, उथे सूरज दा प्रकाश नहीं होवेगा। जिथे मैं होवेगी उथे तू नहीं होवेगा, जिथे हउमै होवेगी उथे नाम नहीं होवेगा। हउमै नावै नाल विरोध है, दोए ना वसै इक थाए। जिस हिरदे दे विच परमेश्वर दी सिफत नहीं, उथे जिथे परमेश्वर दी सिफत नहीं, जिथे तू नहीं, उथे मैं होया करदी है, उथे रात होया करदी, उथे दिन नहीं होया करदा। ते जिथे मैं होया करदी है उथे नाम रूपी सूरज दा प्रकाश उथे नहीं होया करदा। ये गल जदों गुरु गोबिंद सिंह सच्चे पातशाह कीती ते पीर बुद्धू शाह गुरु गोबिंद सिंह सच्चे पातशाह दी इन्नी उच्ची बिरती नूं वेख के ढह के चरनां ते डिग पिया। सच्चे पातशाह कृपा करो, मैं बड़े चालीए कट्टे ने, बड़े पाठ कीते ने, बड़ी बंदगी कीती है, पर यह हउमे दा कंडा जड़ा इहदा निवारण कर दिओ। कृपा करो, पाठ पढ़ियो अर वेद विचारियो, निवल भयंगम साधे, पंच जनास्यों संग ना छुटकियो, अधिक अहंग बुध बाधे प्यारे, इन विध मिलन ना जाई, मैं कीए कर्म अनेका, हार परयो स्वामी कै द्वारे, दीजै बुध भी बेका। सच्चे पातशाह मैं तेरी शरण दे विच आया, कृपा कर दे। गुरु गोबिंद सिंह सच्चे पातशाह बचन कीता, पीर तू शरण दे विच ते आ गया, पर अपनी कूड़ी हउमै नाल ही लैके आ गया कि मैं इन्ना वड्डा पीर, मेरे इन्ने चेले, इन्ने मुरीद, इस हउमै नूं छड्ड दे। सच्चे पातशाह फिर मैं की करां। गुरु गोबिंद सिंह सच्चे पातशाह बचन कीता, नचना शुरू कर दे। ओ मुसलमानां दा वड्डा पीर जिहदे इन्ने चेले, इन्ने मुरीद सन, सारे भरे दरबार दे विच, फिर सतगुरां दे दरबार दे विच पीर बुद्धू शाह नचदा ते सारी उम्र वास्ते सतगुरां दे चरनां दा भौरा बन के रह गया। पीर बुद्धू शाह ने की कीता, बादशाह औरंगजेब ने 500 सैनिक, 500 सिपाही ते 4 जरनैल, काले खां, हयात खां, भीखन खां, निजाबत खां जिहड़े सन अपनी फौज दे विचों कढ़ दिते सन। ये सारे पीर बुद्धू शाह दे चेले सन, मुरीद सन। पीर बुद्धू शाह ने सतगुरां नूं बेनती की, सच्चे पातशाह इन्हां नूं बादशाह औरंगजेब ने अपने दरबार दे विचों कढ़ दिता ते तुसीं हुण कृपा करो इन्हां नूं अपनी फौज दे विच रख लओ। इस तरह सच्चे पातशाह इन्हां 500 मुरीदां नूं
4 ਜਰਨੈਲਾਂ ਨੂੰ ਤਨਖਾਹ ਤੇ ਆਪਣੀ ਫੌਜ ਦੇ ਵਿੱਚ ਨੌਕਰ ਰੱਖ ਲੈਂਦੇ ਨੇ। ਮੈਂ ਅਰਜ਼ ਕਰਾਂ, ਇੱਥੇ ਪਾਮਟੇ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੀ ਕੀਤਾ, ਭਾਰਤ ਵਰਸ਼ ਦੇ 52 ਕਵੀਆਂ ਨੂੰ ਸੱਦ ਕੇ ਤੇ ਇੱਕ ਵੱਡਾ ਕਵੀ ਦਰਬਾਰ ਕੀਤਾ। 52 ਕਵੀਆਂ ਨੂੰ ਆਪਣੇ ਕੋਲ ਸੱਦ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੰਸਾਰ ਦੇ ਉੱਤੇ ਇੱਕ ਵੱਡਾ ਪਰਉਪਕਾਰ ਇਹ ਕੀਤਾ, ਉਹ ਜਿਹੜੇ ਸੰਸਕ੍ਰਿਤ ਦੇ ਵਿੱਚ ਪੁਰਾਣੇ ਵੇਦ ਲਿਖੇ ਹੋਏ ਸਨ, 4 ਵੇਦ, 6 ਸ਼ਾਸਤਰ, 14 ਉਪਨਿਸ਼ਦ, 18 ਪੁਰਾਣ, 27 ਸਿਮਰਤੀਆਂ, ਉਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਸਨ, ਜਿਨ੍ਹਾਂ ਦੀ ਕੋਈ ਸਮਝ ਨਹੀਂ ਸੀ ਆਉਂਦੀ। ਸੱਚੇ ਪਾਤਸ਼ਾਹ ਕਿਰਪਾ ਕੀਤੀ, ਇਹਨਾਂ ਸਾਰੇ ਗ੍ਰੰਥਾਂ ਦਾ ਪੰਜਾਬੀ ਸਰਲ ਭਾਸ਼ਾ ਦੇ ਵਿੱਚ ਇਹਨਾਂ ਦਾ ਅਨੁਵਾਦ ਕਰਾਉਂਦੇ ਨੇ ਸੱਚੇ ਪਾਤਸ਼ਾਹ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਨੇ, ਸਤਿਗੁਰੂ ਜੀ ਕਹਿੰਦੇ ਨੇ, ਕਿਤਕ ਦਿਵਸ ਫਿਰ ਪਾਵਟੇ ਬਸ ਕਰ ਗੁਰਮੁਦ ਧਾਰ, ਬਾਣੀ ਸੁਖਦਾਨੀ ਰਚੀ ਜੋ ਹੈ ਗ੍ਰੰਥ ਮਝਾਰ। ਸੁਖ ਦੇਣ ਵਾਲੀ ਬਾਣੀ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ, ਸੁਖ ਦੇਣ ਵਾਲੀ ਬਾਣੀ ਜਿਹੜੀ ਹੈ ਨਾ, ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰਚੀ। ਜਿਹੜੀ ਦਸਮ ਬਾਣੀ ਹੈ ਨਾ, ਇਹ ਸੁਖ ਦੇਣ ਵਾਲੀ ਬਾਣੀ ਹੈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਕੋਈ ਵੀ ਨਾਮਧਾਰੀ ਸਿੱਖ ਇਸ ਤਰ੍ਹਾਂ ਦਾ ਨਾ ਹੋਵੇ ਜਿਹੜਾ ਦਸਮ ਬਾਣੀ ਦਾ ਪਾਠ ਨਾ ਕਰਦਾ ਹੋਵੇ। ਜਾਪ ਸਾਹਿਬ ਦਾ ਪਾਠ, ਚੰਡੀ ਦੀ ਵਾਰ ਦਾ ਪਾਠ, ਚੌਪਈ ਸਾਹਿਬ ਦਾ ਪਾਠ, ਵੇਖੋ ਕੈਸੇ ਕੈਸੇ ਵਰ ਦਿੱਤੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਬਾਣੀ ਨੂੰ। ਕਦੇ ਚੰਡੀ ਚਿੱਤਰ ਦੂਸਰੇ ਦਾ ਪਾਠ ਆਪਾਂ ਪੜ੍ਹ ਕੇ ਵੇਖੀਏ, ਪਾਤਸ਼ਾਹ ਕਹਿੰਦੇ ਨੇ, ਪੜ੍ਹੇ ਆਹੇ ਵਿਦਿਆਰਥੀ ਵਿਦਿਆ ਹੇਤੰ, ਲਹਿ ਸਰਬ ਸ਼ਾਸਤਰਾਨ ਕੋ ਮਧਯ ਚੇਤੰ। ਕਿ ਜਿਹੜਾ ਕੋਈ ਸਟੂਡੈਂਟ, ਜਿਹੜਾ ਕੋਈ ਵਿਦਿਆਰਥੀ ਜਿਹਨੇ ਵੱਡੀਆਂ ਪੜ੍ਹਾਈਆਂ ਕਰਨੀਆਂ ਨੇ, ਜਿਹਨੇ ਕੋਈ ਵੱਡੇ ਅਹੁਦੇ ਤੇ ਪਹੁੰਚਣਾ ਹੈ, ਉਹ ਚੰਡੀ ਚਰਿਤਰ ਦੂਸਰੇ ਦਾ ਜਦੋਂ ਪਾਠ ਕਰੇਗਾ ਤੇ ਉਹਨੂੰ ਸਾਰੇ ਸ਼ਾਸਤਰਾਂ ਦਾ ਗਿਆਨ ਹੋਵੇਗਾ। ਚੰਡੀ ਦੀ ਵਾਰ ਆਪਾਂ ਪੜ੍ਹਦੇ ਹਾਂ, ਉਹਦੇ ਅਖੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰ ਦਿੱਤਾ ਹੈ, ਜਿਹਨੇ ਇਹੋ ਗਾਇਆ ਫਿਰ ਜੂਨੀ ਨਾ ਆਇਆ। ਭਾਈ ਜਿਹੜਾ ਇਹ ਚੰਡੀ ਦੀ ਵਾਰ ਦਾ ਪਾਠ ਕਰੇਗਾ ਉਹ ਜੂਨਾਂ ਦੇ ਵਿੱਚ ਨਹੀਂ ਆਏਗਾ। ਜਿਸ ਘਰ ਦੇ ਵਿੱਚ ਜਾਪ ਸਾਹਿਬ ਦੀ ਬਾਣੀ, ਚੰਡੀ ਦੀ ਵਾਰ, ਚੰਡੀ ਚਰਿਤਰ ਦੂਸਰਾ ਪੜ੍ਹਿਆ ਜਾਂਦਾ ਹੈ, ਉਹਨਾਂ ਘਰਾਂ ਦੇ ਵਿੱਚੋਂ ਦੁੱਖ, ਰੋਗ, ਸੋਗ, ਕਲੇਸ਼, ਭੂਤ ਪ੍ਰੇਤ, ਉੱਥੋਂ ਇਹ ਬਾਧਾਵਾਂ ਜਿਹੜੀਆਂ ਨੇ ਸਾਰੀਆਂ ਖੰਭ ਲਾ ਕੇ ਉੱਡ ਜਾਂਦੀਆਂ ਨੇ। ਜਿਸ ਘਰ ਦੇ ਵਿੱਚ ਚੌਪਈ ਸਾਹਿਬ ਦਾ ਪਾਠ ਹੁੰਦਾ ਹੈ, ਉਸ ਘਰ ਦੇ ਵਿੱਚ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ। ਇਹ ਸੁੱਖ ਦੇਣ ਵਾਲੀ ਬਾਣੀ ਇੱਥੇ ਰਚੀ। ਮੈਂ ਅਰਜ਼ ਕਰਾਂ, ਇਧਰ ਜਦੋਂ ਰਾਜੇ ਭੀਮ ਚੰਦ ਦੇ ਲੜਕੇ ਦੀ ਸ਼ਾਦੀ ਸੀ ਅਜਮੇਰ ਚੰਦ ਦੀ, ਬਹੁਤਾ ਮੈਂ ਵਿਸਥਾਰ ਦੇ ਵਿੱਚ ਨਹੀਂ ਜਾਣਾ, ਇਤਿਹਾਸ ਬਹੁਤ ਵਿਸ਼ਾਲ ਹੈ, ਸੰਖੇਪ ਦੇ ਵਿੱਚ ਹੀ ਬੇਨਤੀ ਕਰਾਂਗਾ। ਇਸ ਅਜਮੇਰ ਚੰਦ ਦੀ ਸ਼ਾਦੀ ਦੇ ਵਿੱਚ 22 ਧਾਰ ਦੇ ਰਾਜੇ ਜਿਹੜੇ ਸਨ ਇਕੱਠੇ ਹੋ ਕੇ ਆਏ ਹੋਏ ਸਨ। ਰਾਜੇ ਭੀਮ ਚੰਦ ਨੇ 22 ਧਾਰ ਦੇ ਰਾਜਿਆਂ ਦੇ ਨਾਲ ਮਤਾ ਪਕਾ ਲਿਆ ਕਿ ਇੱਥੇ ਇੱਕ ਗੋਬਿੰਦ ਰਾਏ ਜਿਹੜਾ ਹੈ, ਉਹਨੇ ਫੌਜਾਂ ਰੱਖੀਆਂ ਹੋਈਆਂ ਨੇ, ਉਹ ਜੰਗੀ ਅਸਤਰ ਸ਼ਸਤਰ ਰੱਖਦਾ। ਮੈਂ ਉਹਦੇ ਕੋਲੋਂ ਪ੍ਰਸਾਦੀ ਹਾਥੀ ਮੰਗਿਆ ਸੀ, ਚੰਦੋਵਾ ਮੰਗਿਆ ਸੀ। ਵੇਖੋ ਸਾਡੀ ਰਿਆਇਆ ਸਾਡੇ ਰਾਜ ਦੇ ਵਿੱਚ ਰਹਿੰਦਾ ਹੈ ਤੇ ਮੈਨੂੰ ਉਹਨੇ ਚੀਜ਼ਾਂ ਦੇਣ ਤੋਂ ਇਨਕਾਰ ਕਰ ਦਿੱਤਾ। ਆਪਾਂ ਉਹਨੂੰ ਸਬਕ ਸਿਖਾਉਣਾ, ਉਹਦੇ ਨਾਲ ਜੰਗ ਕਰਨਾ ਹੈ। ਜੰਗ ਦਾ ਨਿਮੰਤਰਣ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਆਉਂਦਾ, ਚਿੱਠੀ ਆਉਂਦੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੀ ਕੀਤਾ, ਜੰਗ ਦਾ ਨਿਮੰਤਰਣ ਜਿਹੜਾ ਸੀ ਸਵੀਕਾਰ ਕਰ ਲਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੈਂ 5 ਮਿੰਟ ਦੇ ਵਿੱਚ ਕਥਾ ਦੀ ਸਮਾਪਤੀ ਕਰ ਦੇਣੀ ਹੈ, ਕਾਹਲੇ ਨਾ ਪਿਆ ਜੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਮਨਾ ਨਦੀ ਤੇ ਗਿਰੀ ਨਦੀ ਦੇ ਕੋਲ ਇੱਕ ਥਾਂ ਸੀ ਭੰਗਾਣੀ, ਉਸ ਥਾਂ ਨੂੰ ਜੰਗ ਵਾਸਤੇ ਚੁਣ ਲਿਆ। ਇਹ ਇੱਕ ਚੰਗੇ ਜਰਨੈਲ ਦੀ ਨਿਸ਼ਾਨੀ ਹੋਇਆ ਕਰਦੀ ਏ ਕਿ ਉਹ ਜੰਗ ਦੀ ਥਾਂ ਜਿਹੜੀ ਏ ਉਹਦੀ ਆਪ ਚੋਣ ਕਰਦਾ। ਜਦੋਂ ਚਮਕੌਰ ਦੀ ਗੜੀ ਦੀ ਜੰਗ ਹੋਈ, ਇਹ ਚਮਕੌਰ ਦੀ ਕੱਚੀ ਗੜੀ ਵੀ, ਇਹਦੀ ਚੋਣ ਵੀ ਸੱਚੇ ਪਾਤਸ਼ਾਹ ਆਪ ਕੀਤੀ ਸੀ। ਜੇ ਖਿਦਰਾਨੇ ਦੀ ਢਾਬ ਦਾ ਮੁਕਤਸਰ ਦਾ ਜੰਗ ਹੁੰਦਾ ਹੈ, ਇਹ ਖਿਦਰਾਨੇ ਦੀ ਢਾਬ ਵਾਲੀ ਥਾਂ ਵੀ ਸੱਚੇ ਪਾਤਸ਼ਾਹ ਆਪ ਇਹਦੀ ਚੋਣ ਕੀਤੀ ਸੀ। ਇਹ ਚੰਗੇ ਜਰਨੈਲ ਦੀ ਨਿਸ਼ਾਨੀ ਹੋਇਆ ਕਰਦੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਭੰਗਾਣੀ ਵਾਲੀ ਥਾਂ ਤੇ ਮੋਰਚਾ ਲਾ ਲਿਆ। 5000 ਦੀ ਫੌਜ ਜਿਹੜੀ ਸੀ ਮੋਰਚੇ ਤੇ ਅੱਗੇ ਕਰ ਦਿੱਤੀ। ਇੱਕ ਪਾਸੇ 22 ਧਾਰ ਦੇ ਰਾਜੇ ਵੱਡੀ ਫੌਜ ਲੈ ਕੇ ਆਏ ਨੇ, ਇਧਰ ਅਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਦਾ ਇਹ ਪਹਿਲਾ ਜੰਗ ਹੈ, ਇਹ ਪਹਿਲੀ ਲੜਾਈ ਹੈ, ਪਹਿਲਾ ਯੁੱਧ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਇੱਕ ਉੱਚੀ ਟਿੱਬੀ ਤੇ ਬੈਠ ਗਏ ਨੇ। ਟਿੱਬੀ ਦੇ ਉੱਤੇ ਬੈਠ ਕੇ ਸੱਚੇ ਪਾਤਸ਼ਾਹ ਆਪਣੇ ਪੱਥੇ ਦੇ ਵਿੱਚੋਂ ਕੱਢ ਕੇ ਤੀਰਾਂ ਦੀ ਵਰਖਾ ਕਰ ਰਹੇ ਨੇ।
मैं अर्ज करा इस जंग दे विच गुरु गोबिंद सिंह सच्चे पातशाह अजे जेड़े सूरमे सन वो जंग करना सिख रहे सन। वो माझे दे मालवे दे सूरमे जड़े सन वो मैदाने जंग दे विच उतर पे। नगारा वजिया गगन दमामा बाजियो परयो निशाने घाओ खेत जो मांडियो सूरमा अब जूझण को दाओ। मैदाने जंग दे विच जदों घमसान दा युद्ध होया ते गुरु गोबिंद सिंह सच्चे पातशाह दी भूआ दे पुत्र जीतमल ते संगो शाह जड़े ने ये शहीदी प्राप्त कर जाते हैं। जदों ये जंग शुरू होया सी ना, महंत कृपाल दास जिदा 500 उदासी चेला सी, ये सारे चेले जड़े सन रातों रात भज गए सन। कला ये जड़ा सी महंत कृपाल दास रह गया सी। मैं अर्ज करा पीर बुद्धू शाह दे जड़े वो 500 मुरीद सन ना ते 4 जरनैल ये बेईमान हो गए, पहाड़ियां दे नाल जाके रल गए। कला काले खां ते 100 मुरीद रह गया। 3 जरनैल जड़े सन निजाकत खां, भीखण खां, हयात खां ते 400 मुरीद जड़े सन पहाड़ियां दे नाल जाके रल गए। इन्हां जरनैलां ने जाके पहाड़ी राजियां नूं आख्या कि गुरु गोबिंद सिंह सच्चे पातशाह दे कोल ते फौज ही नहीं, वो ते सारे कड़ा खाण वाले इकट्ठे होए ने, तुहाडी जित हो जानी है, तुहाडी जित ते पक्की है। इस तरह दियां जाके जदों इन्हां ने गल्लां कीतियां, जदों काले खां ने जाके पीर बुद्धू शाह नूं दस्सिया कि वो जेड़े मुरीद ने उन्हां ने नमक हरामी कीती है सतगुरां दे नाल, ते पीर बुद्धू शाह जड़ा सी अपने 4 पुत्रां नूं लैके 2 भरावां नूं लैके 700 मुरीदां नूं नाल लैके ते इसने मैदाने जंग दे विच छाल मार दित्ती, मैदाने जंग दे विच जूझण वास्ते आ गया। मैं अर्ज करा गुरु गोबिंद सिंह सच्चे पातशाह उच्ची एक टिब्बी दे उत्ते बैठ के वार कर रहे ने, तीरां दी बरखा हो रही है। सतगुरां दे दरबार दे विच जेड़ा मझां चारदा है, जेड़ा मईयां चारण वाला सी ना, जेड़ा लाल चंद जिदा नाम सी, वो भी अज मैदाने जंग दे विच आ गया। लाल चंद हलवाई जड़ा सी, जिदा काम सी मठियाइयां बनाउणा, जिन्ने कदे मैदाने जंग दे विच तेग नहीं सी वाई, तेग हत्थ दे विच फड़ी नहीं सी, अज वो भी मैदाने जंग दे विच आके ते गुरु गोबिंद सिंह सच्चे पातशाह दियां खुशियां लैण वास्ते मैदाने जंग दे विच जूझ पिया। मैं अर्ज करा सतगुरु सच्चे पातशाह अपने पत्थे दे विचों एक तीर कढ़दे ने ते इतिहासकार लिखते ने वो तीर जिहड़ा वो 10-10 बंदियां दे विचों दी लंघी जांदा। खपरा तीर राजे हरिचंद हंडूरीए ने जदों वेखिया कि सतगुरां दा एक एक तीर जिहड़ा 10-10 बंदियां दे विचों दी लंघी जांदा, ये ते लै जाएगा सानू हार दा मूँह वेखना पएगा। ये राजा हरिचंद हंडूरिया सतगुरां दे सामने आउंदा है। इनू अपनी धनुख विद्या का बहुत ज़्यादा माण सी, ये अपने आप नूं अर्जन दा सानी समझदा सी। इतिहासकार लिखते हैं कि ये पानी दे विच वेख के उड़दे पंछी नूं मार दिंदा सी, बहुत ज़्यादा हंकार दे नाल भरिया होया। सतगुरां दे सामने आके सतगुरां नूं ललकार के आखदा क्यों अपना बगानियां मावां दे पुत मरवाउणे ने, आपां दोवें एक दूसरे दे नाल ही नजिठ लैने आ। जे तू मर गया तेरियां फौजां हार मन के ते पिछे परत जाण, जे तेरा तीर मैनू लग गया मैं मर गया ते मेरियां फौजां परत जाणगियां, पहाड़ी राजे हार मन लैणगे। गुरु गोबिंद सिंह सच्चे पातशाह नूं आखदा है कि पहला वार तुसी करो। गुरु गोबिंद सिंह सच्चे पातशाह गोबिंद राय आखन लगे नहीं, असी ते फकीर लोग हाँ, असी ते मजबूरी दे विच ये शस्त्र चुके है, असी ते नाम जपण वाले माला फेरन वाले गुरबाणी पढ़न वाले लोग हाँ। साडे एक बजुर्ग नूं बाबे नूं तत्ती तवी ते बिठा के शहीद कर दिता गया। साडे पिता गुरुदेव गुरु तेग बहादुर सच्चे पातशाह नूं दिल्ली दे विच चांदनी चौक दे विच शहीद कर दिता गया। असी ते मजबूरी दे विच आके शस्त्र एक कृपाण चुकी, असी ते गुरबाणी पढ़न वाले नाम जपण वाले लोग सन। पहला वार मैं नहीं करना, पहला वार तू कर लै। राजा हरिचंद हंडूरिया बड़ा खुश होया, आखन लगा लो गुरु नूं ते राजनीति भी नहीं आउंदी, क्योंकि राजनीति ये गल कहिंदी है कदे भी अपने दुश्मन नूं मौका नहीं देना चाहिए। ते गुरु ने मैनू ही मौका दे दिता है ते आपां ते जंग जित्तिया ही समझो, मेरा ते तीर निशाने तो कदे चूकिया ही नहीं।
राजे हरिचंद ने कढ़ के पत्थे चो बाण चढ़ा के चिल्ले ते खिच के गुरु गोबिंद सिंह सच्चे पातशाह दा लैके मत्थे दा निशाना जदों खिच के बाण मारिया। गुरु जी आप इस जंग नूं अपनी बाणी विच लिखदे ने बचित्र नाटक दे विच। पातशाह कहंदे ने हरिचंद कोपे कमाणंग संभारंग प्रथम बाजियंग ताण बाणंग प्रहारंग। किस तरह की चढ़दी कला दी वीर रस वाली बाणी है, पढ़ के वीर रस पैदा हुंदा है। पहला बाण सच्चे पातशाह कहंदे ने हरिचंद दा वो घोड़े की गिच्ची दे विच आके वजदा। सतगुरु सच्चे पातशाह वो घोड़ा तां नूं उछलदा। सतगुरु सच्चे पातशाह घोड़े नूं प्यार दे नाल पुचकार के खिलार लैंदे ने। तीर नूं पुट के परां मारिया। राजा हरिचंद बड़ा हैरान होया कि पहली बार इस तरह होया मेरा तीर निशाने ते नहीं वज्जा। मन दे विच सोचदा किते गुरु मैनू एक मौका होर दे दे ते मेरा काम बन जाए। अजे ये गल सोचदा ही पिया सी, गुरु गोबिंद सिंह सच्चे पातशाह बचन कीता हरिचंदा तू एक मौका होर मंगदा है जां तैनू दूसरा मौका भी दिता, तू एक बार होर कर ले। हरिचंद हंडूरिया लैके पत्थे चो बाण कढ़ के चढ़ा के चिल्ले ते दूसरा बाण मारदा। गुरु गोबिंद सिंह सच्चे पातशाह लिखदे ने, पातशाह कहंदे ने द्वितीय बाण ताक कै मोको चलायंग रखियो दैव मैं कान छुए सिधायंग। जदों दूसरा बाण राजे हरिचंद ने मैनू मारिया ते दूसरा बाण जिहड़ा सी मेरे कान नूं छू के लंघ गया। पर सच्चे पातशाह कहंदे ने रखियो दैव मैनू अकाल पुरख ने रख लिया। जदों दूसरा बाण भी निशाने ते नहीं वजदा, राजा हरिचंद बड़ा शर्मिंदा हो के खलोता होया। मन दे विच सोचदा है कि अज ये मेरे नाल की बनिया, मेरा तीर जिहड़ा वो निशाने ते क्यों नहीं वज रहा, किते गुरु मैनू एक मौका होर दे दे। अजे ये गल सोचदा ही पिया सी, गुरु गोबिंद सिंह सच्चे पातशाह बचन कीता हरिचंदा तू तीसरा वार तीसरा मौका मंगदा जां तैनू तीसरा मौका भी दिता। राजा हरिचंद बड़ा खुश होया, कढ़ के पत्थे चो बाण तीसरा ते चढ़ा के चिल्ले ते गुरु गोबिंद सिंह सच्चे पातशाह दा निशाना लैके तीर मारदा। ते पातशाह लिखदे ने तृतीय बाण मारियो सो पेटी मंझारंग विद्यंग चिलकतंग द्वाल पारंग पधारंग। तीसरा बाण जिहड़ा सी सच्चे पातशाह दे कमर कसे दे उत्ते जिहड़ी चमड़े दी पेटी लगी हुई सी, उस पेटी नूं तीर चीरदा होया, कमर कसे नूं चीरदा होया तीर दी नोक जिहड़ी है वो सतगुरु सच्चे पातशाह दे ढिड दे विच जाके थोड़ी जी खुब गई। पातशाह कहंदे ने चुभी चिंच चरमंग कछु घाए ना आयंग कलंग केवलंग जान दासंग बचायंग। तीर दी चुंझ मैनू चुभ गई पर कोई जख्म कोई घाव नहीं आया। मैनू अकाल पुरख ने अपना दास जान के ते मैनू रख लिया, मैनू बचा लिया। किन्नी निमरता है गुरु गोबिंद सिंह सच्चे पातशाह दे विच। जदों तीसरा बाण तीसरे तीर दी नोक सच्चे पातशाह नूं वजदी है, अजे तक सच्चे पातशाह शांत खलोते होए सन। मैं अर्ज करां हुण सच्चे पातशाह रोह दे विच आउंदे ने। पातशाह कहंदे ने जबै बाण लागेओ तबै रोस जागेओ कर लै कमाणंग हणंग बाण ताणंग। पातशाह कहंदे ने हरिचंद मारे सो जोधा लतारे, लैके अपने पत्थे दे विचों सच्चे पातशाह कढ़ के खपरा तीर अणियाला तीर चढ़ा के नौटंकी कमान ते लैके हरिचंद दे मत्थे दा निशाना जिस वेले खिच के तीर मारिया, तीर मत्थे दे विचों पार लंघ गया। राजा हरिचंद हंडूरिया धड़म करके थल्ले डिगदा। फौजां जड़ियां सन उन्हां दे विच हलचल मच गई। इन्ने नूं की होया, भाई रामा जिहड़ा सी इन्ने की कीता, ये लकड़ दियां तोपां बना के लै आया। उन्हां तोपां दा जदों वार होया ते पहाड़ी राजियां नूं मैदान छड्ड के भज्जणा पिया। सतगुरां दी इस जंग दे विच जिੱਤ हुंदी है। गुरु गोबिंद सिंह सच्चे पातशाह आप लिखदे ने, पातशाह कहंदे ने भई जीत मेरी कृपा अकाल केरी। ये ते उस अकाल पुरख की कृपा हुई है। सिखां ने गुरु गोबिंद सिंह सच्चे पातशाह नूं वधाइयां दित्तियां, सच्चे पातशाह तुहानूं वधाइयां, तुहाडी जंग दे विच जिੱਤ होई है। सच्चे पातशाह बचन कीता जिੱਤ मेरी नहीं, जिੱਤ खालसे दी होई है। सिखां ने अर्ज कीती सच्चे पातशाह खालसा भी ते तुहाडा ही है। मैं अर्ज करां
ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਕਿ ਖਾਲਸਾ ਵੀ ਤੁਹਾਡਾ ਹੀ ਏ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਨ ਲੱਗੇ ਕਿ ਖਾਲਸਾ ਵੀ ਮੇਰਾ ਨਹੀਂ। ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਖਾਲਸਾ ਵੀ ਤੁਹਾਡਾ ਨਹੀਂ, ਜਿੱਤ ਵੀ ਤੁਹਾਡੀ ਨਹੀਂ ਹੋਈ, ਤੇ ਇਹ ਖਾਲਸਾ ਫਿਰ ਕਿਹਦਾ ਹੈ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਵੇਲੇ ਬਚਨ ਕੀਤਾ ਸੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਖਾਲਸਾ ਵੀ ਉਹਦਾ ਹੈ ਤੇ ਫਤਿਹ ਵੀ ਜਿਹੜੀ ਏ ਇਹ ਉਹਦੀ ਹੋਈ ਏ। ਇਹ ਪਹਿਲੀ ਜੰਗ ਦੇ ਵਿੱਚ ਅੱਜ ਭੰਗਾਣੀ ਦਾ ਯੁੱਧ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਸਿੱਖਾਂ ਨੂੰ ਢਾਲਾਂ ਭਰ ਭਰ ਕੇ ਇਨਾਮ ਮੋਹਰਾਂ ਦਿੱਤੀਆਂ। ਸਤਿਗੁਰੂ ਸੱਚੇ ਪਾਤਸ਼ਾਹ ਅੱਗੋਂ ਕੀ ਵਰਤਾਂਤ ਵਰਤਦਾ ਹੈ, ਅੱਗੋਂ ਕਿਸ ਤਰ੍ਹਾਂ ਇਤਿਹਾਸ ਚੱਲੇਗਾ, ਉਹ ਅਗਲੀ ਕਥਾ ਦੇ ਵਿੱਚ ਆਪ ਸਾਰੇ ਸਰਵਣ ਕਰਿਓ। ਅੱਜ ਮੈਂ ਇੱਥੇ ਹੀ ਖਿਮਾ ਮੰਗਦਾ। ਸਭ ਇੱਕ ਵਾਰ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।